Good morning, class 7th. Today we will discuss chapter number 1, that is nutrition in plants. In Punjabi, ਪੌਦਿਆਂ ਵਿੱਚ ਪੋਸ਼ਣ. In class 6th, we learned that food is essential for all living organisms. What is the meaning of essential? Essential means important. ਤੁਸੀਂ 6th ਕਲਾਸ ਦੇ ਵਿੱਚ ਵੀ ਫੂਡ ਦੇ ਬਾਰੇ ਪੜ੍ਹਿਆ ਸੀਗਾ, ਫਸਟ ਚੈਪਟਰ ਸੈਕਿੰਡ ਚੈਪਟਰ. ਉਹਦੇ 'ਚ ਅਸੀਂ ਕੀ ਸਿੱਖਿਆ ਸੀ ਕਿ ਜਿਹੜਾ ਫੂਡ ਆ ਉਹ ਵੇਰੀਅਸ ਲਾਈਫ ਐਕਟੀਵਿਟੀਜ਼ ਦੇ ਵਾਸਤੇ ਜਿਹੜਾ ਬਹੁਤ ਇੰਪੋਰਟੈਂਟ ਹੁੰਦਾ ਹੈ. ਔਰ ਉਹਦੇ ਵਿੱਚ ਅਸੀਂ ਕੰਪੋਨੈਂਟਸ ਆਫ ਫੂਡ ਦੇ ਵਿੱਚ ਪੜ੍ਹਿਆ ਸੀਗਾ ਕਾਰਬੋਹਾਈਡਰੇਟਸ, ਫੈਟ, ਪ੍ਰੋਟੀਨਸ, ਵਿਟਾਮਿਨਸ, ਮਿਨਰਲਸ. ਇਹ ਜਿਹੜੇ ਨੇ ਇਹ ਸਾਡੇ ਫੂਡ ਦੇ ਐਸੈਂਸ਼ੀਅਲ ਕੰਪੋਨੈਂਟਸ ਹੁੰਦੇ ਆ. Carbohydrates, fats, proteins, vitamins and minerals are essential components of food. They fulfill the requirements of the body and are known as nutrients. और ਅਸੀਂ ਇਹ ਵੀ ਪੜ੍ਹਿਆ ਸੀਗਾ ਕਿ ਨਿਊਟ੍ਰੀਐਂਟਸ ਕੀ ਹੁੰਦੇ ਆ, ਪੋਸ਼ਕ ਤੱਤ ਕੀ ਹੁੰਦੇ ਆ. ਫੂਡ ਦੇ ਉਹ ਕੰਪੋਨੈਂਟਸ ਜਿਹੜੀ ਸਾਡੀ ਬਾਡੀ ਦੀਆਂ ਰਿਕੁਆਇਰਮੈਂਟਸ ਨੂੰ ਫੁੱਲਫਿਲ ਕਰਦੇ ਆ, ਪੂਰਾ ਕਰਦੇ ਆ, ਉਹਨਾਂ ਨੂੰ ਨਿਊਟ੍ਰੀਐਂਟਸ ਕਹਿੰਦੇ ਆ. ਵਾਟ ਆਰ ਨਿਊਟ੍ਰੀਐਂਟਸ? Nutrients are the components of food that fulfill the requirements of our body. How do living beings take these nutrients? Let's learn. ਇਹ ਜਿਹੜੇ ਨਿਊਟ੍ਰੀਐਂਟਸ ਆ, ਕਾਰਬੋਹਾਈਡਰੇਟਸ, ਇੰਪੋਰਟੈਂਟ ਨਿਊਟ੍ਰੀਐਂਟਸ, ਐਸੈਂਸ਼ੀਅਲ ਕੰਪੋਨੈਂਟਸ ਜਿਹੜੇ ਫੂਡ ਦੇ ਨੇ ਸਾਡੇ, ਇਹਨਾਂ ਨੂੰ ਪਲਾਂਟਸ ਕਿੱਥੋਂ ਲੈਂਦੇ ਆ, ਇਹ ਅਸੀਂ ਸਾਰਾ ਇਹ ਚੈਪਟਰ ਦੇ ਵਿੱਚ ਡਿਸਕਸ ਕਰਾਂਗੇ. ਨਾਓ ਵਟ ਇਜ਼ ਨਿਊਟ੍ਰੀਸ਼ਨ? ਦ ਪ੍ਰੋਸੈਸ ਆਫ obtaining and utilizing food by an organism is called nutrition. Nutrition means ਪੋਸ਼ਣ ਕੀ ਚੀਜ਼ ਆ? ਇਹ ਉਹ ਪ੍ਰੋਸੈਸ ਆ ਜਿਹਦੇ ਵਿੱਚ ਕੋਈ ਵੀ ਆਰਗੇਨਿਜ਼ਮ ਫੂਡ ਨੂੰ ਓਬਟੇਨ ਕਰਦਾ ਆ ਅਤੇ ਉਹਨੂੰ ਬਾਡੀ ਦੇ ਵਿੱਚ ਯੂਟੀਲਾਈਜ਼ ਕਰਦਾ ਆ. ਓਬਟੇਨ ਮੀਨਸ ਉਹਨੂੰ ਲੈਣਾ ਅਤੇ ਯੂਟੀਲਾਈਜ਼ ਮੀਨਸ ਉਹਨੂੰ ਯੂਜ਼ ਕਰਨਾ. ਇਹ ਜਿਹੜਾ ਪ੍ਰੋਸੈਸ ਆ ਦੋਨਾਂ ਦਾ ਹੀ, ਓਬਟੇਨਿੰਗ ਐਂਡ ਯੂਟੀਲਾਈਜ਼ਿੰਗ ਆਫ ਫੂਡ, ਦਿਸ ਇਜ਼ ਨੋਨ ਐਜ਼ ਨਿਊਟ੍ਰੀਸ਼ਨ. Nutritional habits are not same for all organisms. ਜਿੰਨੇ ਵੀ ਲਿਵਿੰਗ ਬੀਇੰਗਸ ਆ ਅਰਥ ਦੇ ਉੱਤੇ, ਉਹਨਾਂ ਸਭ ਦੀਆਂ ਨਿਊਟ੍ਰੀਸ਼ਨਲ ਹੈਬਿਟਸ ਜਿਹੜੀਆਂ ਨੇ ਉਹ ਸੇਮ ਨਹੀਂ ਹੁੰਦੀਆਂ. On the basis of food habits, nutrition is of two types. ਨਿਊਟ੍ਰੀਸ਼ਨ ਦੇ ਬੇਸ ਦੇ ਉੱਪਰ ਫੂਡ ਹੈਬਿਟਸ ਦੇ ਬੇਸ ਦੇ ਉੱਪਰ ਜਿਹੜਾ ਨਿਊਟ੍ਰੀਸ਼ਨ ਆ ਬੱਚਿਓ, ਇਹ ਦੋ ਤਰ੍ਹਾਂ ਦਾ ਹੁੰਦਾ ਹੈ. ਫਸਟ ਵਨ ਇਜ਼ ਆਟੋਟ੍ਰੋਪਿਕ ਨਿਊਟ੍ਰੀਸ਼ਨ ਐਂਡ ਦ ਸੈਕਿੰਡ ਵਨ ਇਜ਼ ਹੈਟਰੋਟ੍ਰੋਪਿਕ ਨਿਊਟ੍ਰੀਸ਼ਨ. ਤੁਸੀਂ ਪੜ੍ਹਿਆ ਸੀਗਾ ਇਹ ਵੀ ਕਿ ਆਟੋਟ੍ਰੋਪਸ ਕੀ ਹੁੰਦੇ ਆ, ਹੈਟਰੋਟ੍ਰੋਪਸ ਕੀ ਹੁੰਦੇ ਆ. ਆਟੋਟ੍ਰੋਪਸ ਉਹ ਹੁੰਦੇ ਆ ਜਿਹੜਾ ਆਪਣਾ ਫੂਡ ਆਪ ਪ੍ਰੋਡਿਊਸ ਕਰਦੇ, ਆਪ ਪੈਦਾ ਕਰਦੇ ਆ. ਫੋਰ ਐਗਜ਼ਾਮਪਲ ਗ੍ਰੀਨ ਪਲਾਂਟਸ. ਹੈਟਰੋਟ੍ਰੋਪਸ ਕੀ ਹੁੰਦੇ ਆ? ਉਹ ਆਰਗੇਨਿਜ਼ਮਸ ਜਿਹੜੇ ਆਪਣੇ ਫੂਡ ਲਈ ਦੂਸਰੇ ਆਰਗੇਨਿਜ਼ਮਸ 'ਤੇ ਡਿਪੈਂਡੈਂਟ ਹੁੰਦੇ ਆ, ਉਹਨਾਂ ਨੂੰ ਹੈਟਰੋਟ੍ਰੋਪਸ ਕਹਿੰਦੇ ਆ. ਅਤੇ ਜਿਹੜਾ ਆਟੋਟ੍ਰੋਪਸ ਦਾ ਮੋਡ ਆਫ ਨਿਊਟ੍ਰੀਸ਼ਨ ਹੁੰਦਾ ਆ ਉਹਨੂੰ ਕਹਿੰਦੇ ਆ ਆਟੋਟ੍ਰੋਪਿਕ ਨਿਊਟ੍ਰੀਸ਼ਨ. ਅਤੇ ਜਿਹੜਾ ਹੈਟਰੋਟ੍ਰੋਪਸ ਦਾ ਮੋਡ ਆਫ ਨਿਊਟ੍ਰੀਸ਼ਨ ਹੁੰਦਾ ਆ ਉਹਨੂੰ ਬੋਲਦੇ ਆ ਹੈਟਰੋਟ੍ਰੋਪਿਕ ਨਿਊਟ੍ਰੀਸ਼ਨ. ਨਾਓ ਵੀ ਵਿਲ ਡਿਸਕਸ ਆਟੋਟ੍ਰੋਪਿਕ ਨਿਊਟ੍ਰੀਸ਼ਨ ਇਨ ਡਿਟੇਲ. Organisms which make their own food from simple substances are known as autotrophs, and this type of nutrition is called autotrophic nutrition. ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਉਹ ਆਰਗੇਨਿਜ਼ਮਸ ਜਿਹੜੇ ਆਪਣਾ ਫੂਡ ਆਪ ਤਿਆਰ ਕਰਦੇ ਨੇ ਜਾਂ ਸਿੰਪਲ ਸਬਸਟੈਂਸਸ ਤੋਂ ਨੂੰ ਲੈ ਕੇ ਤਿਆਰ ਕਰਦੇ ਆ,
ਉਹਨਾਂ ਨੂੰ ਆਟੋਟ੍ਰੋਪਸ ਕਹਿੰਦੇ ਆ। ਅਤੇ ਜਿਹੜਾ ਉਹਨਾਂ ਦਾ ਮੋਡ ਆਫ ਨਿਊਟ੍ਰੀਸ਼ਨ ਹੁੰਦਾ ਆ ਜਾਂ ਇਸ ਟਾਈਪ ਦਾ ਨਿਊਟ੍ਰੀਸ਼ਨ ਹੁੰਦਾ ਆ ਉਹਨੂੰ ਆਟੋਟ੍ਰੋਪਿਕ ਨਿਊਟ੍ਰੀਸ਼ਨ ਕਹਿੰਦੇ ਆ। ਐਗਜ਼ਾਮਪਲ ਵੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ, ਗ੍ਰੀਨ ਪਲਾਂਟਸ ਤੁਹਾਨੂੰ ਪਤਾ ਹੀ ਹੈ ਸਭ ਨੂੰ, ਇਹ ਸਾਰੇ ਕੀ ਨੇ? ਆਟੋਟ੍ਰੋਪਸ, ਕਿਉਂਕਿ ਇਹ ਆਪਣਾ ਫੂਡ ਆਪ ਪ੍ਰੋਡਿਊਸ ਕਰਦੇ ਆ ਨਾ। ਐਂਡ ਸਮ ਬੈਕਟੀਰੀਆ, ਸਿਰਫ ਗ੍ਰੀਨ ਪਲਾਂਟਸ ਹੀ ਨਹੀਂ, ਉਹਨਾਂ ਦੇ ਨਾਲ ਬੈਕਟੀਰੀਆ ਵੀ ਨੇ ਜਿਹੜੇ ਆਟੋਟ੍ਰੋਪਸ ਆ। ਆਟੋਟ੍ਰੋਪਸ ਨੂੰ ਅਸੀਂ ਪ੍ਰੋਡਿਊਸਰ ਵੀ ਕਹਿੰਦੇ ਹਾਂ ਕਿਉਂਕਿ ਇਹ ਆਪਣਾ ਫੂਡ ਆਪ ਪ੍ਰੋਡਿਊਸ ਕਰਦੇ ਆ। Euglena is an organism that shows both type of nutrition, autotrophic as well as heterotropic, and has both plant and animal like characters. There are so many organisms on earth. Among that organisms, there are some organisms that show autotrophic nutrition and there are other organisms that show heterotropic nutrition. But there is an organism which is exceptional. For example, Euglena. Picture is given in the book. This is the picture of Euglena that is visible on the screen. Euglena, it is a microscopic organism. Microscopic मतलब ਜਿਹਨੂੰ ਤੁਸੀਂ ਮਾਈਕਰੋਸਕੋਪ ਨਾਲ ਦੇਖ ਸਕਦੇ ਹੋ। ਤੁਹਾਨੂੰ ਬੱਚਿਓ ਦੱਸਿਆ ਮੈਂ ਕਿ ਮਾਈਕਰੋ ਆਰਗੈਨਿਜ਼ਮਸ ਉਹ ਹੁੰਦੇ ਆ ਜਿਹੜੇ ਅਸੀਂ ਮਾਈਕਰੋਸਕੋਪ ਨਾਲ ਦੇਖਦੇ ਹਾਂ। ਇਹ ਜਿਹੜਾ ਹੈ ਪੌਂਡ ਵਾਟਰ ਦੇ ਵਿੱਚ ਹੁੰਦਾ ਆ ਅਤੇ ਇਹ ਤੁਹਾਨੂੰ ਐਵੇਂ ਨਜ਼ਰ ਨਹੀਂ ਆਉਂਦਾ, ਮਾਈਕਰੋਸਕੋਪ ਦੇ ਨਾਲ ਹੀ ਆਉਂਦਾ ਹੈ। ਇਹ ਜਿਹੜਾ ਆਰਗੈਨਿਜ਼ਮ ਆ ਇਹਦੇ ਵਿੱਚ ਦੋਨਾਂ ਤਰ੍ਹਾਂ ਦਾ ਨਿਊਟ੍ਰੀਸ਼ਨ ਪਾਇਆ ਜਾਂਦਾ, ਆਟੋਟ੍ਰੋਪਿਕ ਵੀ ਅਤੇ ਹੈਟਰੋਟ੍ਰੋਪਿਕ ਵੀ। ਔਰ ਇਹ ਜਿਹੜਾ ਆਰਗੈਨਿਜ਼ਮ ਆ ਇਹਦੇ ਵਿੱਚ ਦੋਨੋਂ ਤਰ੍ਹਾਂ ਦੇ ਕਰੈਕਟਰਸ ਹੁੰਦੇ ਆ, ਕੁਝ ਐਨੀਮਲਸ ਦੇ ਅਤੇ ਕੁਝ ਪਲਾਂਟਸ ਦੇ। ਹੁਣ ਮੈਂ ਗੱਲ ਕਰ ਰਹੀ ਸੀ ਆਟੋਟ੍ਰੋਪਿਕ ਨਿਊਟ੍ਰੀਸ਼ਨ ਦੀ। ਇਹ ਆਟੋਟ੍ਰੋਪਸ 'ਚ ਹੁੰਦਾ ਹੈ। ਆਟੋਟ੍ਰੋਪਸ ਯਾਨੀ ਕਿ ਐਗਜ਼ਾਮਪਲ ਦੇ ਤੌਰ 'ਤੇ ਗ੍ਰੀਨ ਪਲਾਂਟਸ ਅਤੇ ਬੈਕਟੀਰੀਆ। ਹੁਣ ਤੁਹਾਨੂੰ ਸਭ ਨੂੰ ਪਤਾ ਗ੍ਰੀਨ ਪਲਾਂਟਸ ਜਿਹੜੇ ਆ ਉਹ ਆਪਣਾ ਭੋਜਨ ਕਿਵੇਂ ਤਿਆਰ ਕਰਦੇ ਆ। ਗ੍ਰੀਨ ਪਲਾਂਟਸ ਦੇ ਮੇਕ ਦੇਅਰ ਓਨ ਫੂਡ ਇਨ ਦ ਪ੍ਰੈਜ਼ੈਂਸ ਆਫ sunlight, water, carbon dioxide and a green pigment known as chlorophyll। ਔਰ ਇਹ ਜਿਹੜਾ ਪ੍ਰੋਸੈਸ ਆ ਇਹਨੂੰ ਅਸੀਂ ਕਹਿੰਦੇ ਆ ਫੋਟੋਸਿੰਥੇਸਿਸ। ਕੀ ਕਹਿੰਦੇ ਆ? ਫੋਟੋਸਿੰਥੇਸਿਸ। ਫੋਟੋ ਮੀਨਸ ਲਾਈਟ, ਸਿੰਥੇਸਿਸ ਮੀਨਸ ਟੂ ਪ੍ਰਿਪੇਅਰ। ਉਹ ਪ੍ਰੋਸੈਸ ਜਿਹੜਾ ਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ ਹੁੰਦਾ ਹੈ। ਅਸਲ ਦੇ ਵਿੱਚ ਫੋਟੋਸਿੰਥੇਸਿਸ ਹੈ ਕਿ ਗ੍ਰੀਨ ਪਲਾਂਟਸ ਦਾ ਸਨਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ ਪਾਣੀ ਦੀ, ਕਾਰਬਨ ਡਾਈਆਕਸਾਈਡ ਦੀ ਅਤੇ ਕਲੋਰੋਫਿਲ ਦੀ ਪ੍ਰੈਜ਼ੈਂਸ ਦੇ ਵਿੱਚ ਆਪਣਾ ਫੂਡ ਪ੍ਰਪੇਅਰ ਕਰਨਾ, ਉਹਨੂੰ ਕਹਿੰਦੇ ਆ ਫੋਟੋਸਿੰਥੇਸਿਸ। ਲੀਵਸ ਆਫ ਪਲਾਂਟਸ ਆਰ ਕਾਲਡ ਫੂਡ ਫੈਕਟਰੀਜ਼ ਆਫ ਪਲਾਂਟਸ। 1 ਮਾਰਕ ਦਾ ਕੁਐਸਚਨ ਆ ਸਕਦਾ ਬੱਚਿਓ ਕਿ ਜਿਹੜੀਆਂ ਫੂਡ ਫੈਕਟਰੀਜ਼ ਨੇ ਪਲਾਂਟਸ ਦੀਆਂ ਉਹਨਾਂ ਦਾ ਨਾਮ ਦੱਸੋ। ਕੀ ਹੋਏਗਾ ਆਨਸਰ? ਲੀਵਸ। ਲੀਵਸ ਆਫ ਪਲਾਂਟਸ ਆਰ ਦਾ food factories of plants. Why they are called food factories? Because synthesis of food occurs in leaves. ਜਿਹੜਾ ਭੋਜਨ ਤਿਆਰ ਹੁੰਦਾ ਆ ਉਹ ਸਿਰਫ ਲੀਵਸ ਦੇ ਅੰਦਰ ਹੀ ਹੁੰਦਾ ਹੈ। Leaves have a green colored pigment known as or called chlorophyll. ਜਿਹੜੇ ਲੀਵਸ ਆ ਉਹਨਾਂ ਦੇ ਅੰਦਰ ਹਰੇ ਰੰਗ ਦੀ ਇੱਕ ਪਿਗਮੈਂਟ ਹੁੰਦੀ ਆ ਜਿਹਨੂੰ ਕਹਿੰਦੇ ਆ ਕਲੋਰੋਫਿਲ, which helps to capture the energy of sunlight. ਇਹ ਜਿਹੜੀ ਗ੍ਰੀਨ ਪਿਗਮੈਂਟ ਕਲੋਰੋਫਿਲ ਆ ਇਹਦੇ ਵਿੱਚ ਸਨਲਾਈਟ ਨੂੰ ਕੈਪਚਰ ਕਰਨ ਦੀ ਐਨਰਜੀ ਨੂੰ, ਸਨਲਾਈਟ ਦੀ ਐਨਰਜੀ ਨੂੰ ਕੈਪਚਰ ਕਰਨ ਦੀ ਪਾਰ ਹੁੰਦੀ ਆ। With the help of this energy, plants convert carbon dioxide from air and water from soil into carbohydrate within bracket glucose in the form of glucose and oxygen. ਇਹ એનર્ਜੀ ਦੀ ਮਦਦ ਦੇ ਨਾਲ ਪਲਾਂਟਸ ਕੀ ਕਰਦੇ ਆ?
ਕਿਹੜੀ ਐਨਰਜੀ? ਸਨਲਾਈਟ। ਦੇ ਕਨਵਰਟ ਕਾਰਬਨ ਡਾਈਆਕਸਾਈਡ plus water give rise to carbohydrate plus oxygen। मतलब photosynthesis ਦੇ process ਦੇ ਵਿੱਚ green plants chlorophyll, carbon dioxide, water, sunlight ਦੀ presence ਦੇ ਵਿੱਚ ਸਾਰੇ ਮਿਲ ਕੇ glucose ਤਿਆਰ ਕਰਦੇ ਆ, carbohydrate in the form of glucose ਤੇ oxygen। ਕਿਹੜੀ ਗੈਸ ਯੂਜ਼ ਕਰਦੇ ਨੇ ਆਪਣੇ ਫੂਡ ਪ੍ਰੋਡਕਸ਼ਨ ਦੇ ਵਿੱਚ? ਕਾਰਬਨ ਡਾਈਆਕਸਾਈਡ। ਕਿੱਥੋਂ ਲੈਂਦੇ ਨੇ ਕਾਰਬਨ ਡਾਈਆਕਸਾਈਡ? ਏਅਰ ਤੋਂ। ਤੇ ਪਾਣੀ ਵਾਟਰ ਕਿੱਥੋਂ ਲੈਂਦੇ ਨੇ? ਸੋਇਲ ਤੋਂ, ਰੂਟਸ ਦੇ ਥਰੂ। ਫੋਟੋਸਿੰਥੇਸਿਸ ਦੇ ਪ੍ਰੋਸੈਸ ਦੇ ਵਿੱਚ ਕਾਰਬਨ ਡਾਈਆਕਸਾਈਡ ਜਿਹੜੀ ਆ ਯੂਟਿਲਾਈਜ਼ ਹੁੰਦੀ ਆ, ਯੂਜ਼ ਹੁੰਦੀ ਆ, ਤੇ ਪ੍ਰੋਡਿਊਸ ਕਿਹੜੀ ਗੈਸ ਹੁੰਦੀ ਆ? ਆਕਸੀਜਨ। ਇਸ ਗੱਲ ਨੂੰ ਬੱਚਿਓ ਭੁੱਲਣਾ ਨਹੀਂ। ਇਹ ਜਿਹੜਾ ਪ੍ਰੋਸੈਸ ਹੈ ਇਹ ਸਾਡੇ ਵਿੱਚ ਓਪੋਜ਼ਿਟ ਆ। ਅਸੀਂ ਰੈਸਪੀਰੇਸ਼ਨ ਦੇ ਟਾਈਮ ਕੀ ਕਰਦੇ ਹਾਂ? ਪਲਾਂਟਸ ਤੋਂ ਆਕਸੀਜਨ ਲੈਂਦੇ ਹਾਂ। Photosynthesis is a process in which green plants prepare their own food with the help of chlorophyll in the presence of sunlight, carbon dioxide, and water. In this process, green plants convert light energy into chemical energy। ਫੋਟੋਸਿੰਥੇਸਿਸ ਦਾ ਪ੍ਰੋਸੈਸ ਮੈਂ ਤੁਹਾਨੂੰ ਸਮਝਾਤਾ। ਇਹਦੇ ਵਿੱਚ ਕਾਰਬਨ ਡਾਈਆਕਸਾਈਡ ਯੂਜ਼ ਹੁੰਦੀ ਆ, ਕਾਰਬਨ ਡਾਈਆਕਸਾਈਡ ਵਾਟਰ ਯੂਜ਼ ਹੁੰਦਾ ਹੈ, ਅਤੇ ਕਲੋਰੋਫਿਲ ਜਿਹੜਾ ਸਨਲਾਈਟ ਨੂੰ ਐਬਜ਼ੋਰਬ ਕਰਦਾ ਹੈ, ਅਤੇ ਕੀ ਪ੍ਰੋਡਿਊਸ ਹੁੰਦਾ? ਗਲੂਕੋਜ਼। ਇਹਨੂੰ ਅਸੀਂ ਸਮਰਾਈਜ਼ ਕਰ ਸਕਦੇ ਹਾਂ ਇੱਕ ਇਕੁਏਸ਼ਨ ਦੀ ਫਾਰਮ ਦੇ ਵਿੱਚ। ਧਿਆਨ ਨਾਲ ਦੇਖੋ, 6 ਮੋਲੀਕਿਊਲਸ ਕਾਰਬਨ ਡਾਈਆਕਸਾਈਡ ਦੇ, 6 ਵਾਟਰ ਇਨ ਦ ਪ੍ਰੈਜ਼ੈਂਸ ਆਫ ਐਰੋਸਾਈਨ ਅਤੇ ਸਨਲਾਈਟ ਲਿਖਣਾ ਅਸੀਂ, ਅਤੇ ਕਲੋਰੋਫਿਲ ਪਿਗਮੈਂਟ ਦਾ ਨਾਂ ਗ੍ਰੀਨ ਲੀਵਸ ਜਿਹੜੀ ਹੁੰਦੀ ਆ, ਅਤੇ ਬਣ ਕੀ ਰਿਹਾ ਸਾਡੇ ਕੋਲ? ਗਲੂਕੋਜ਼। ਵਟ ਇਜ਼ ਦ ਫਾਰਮੂਲਾ ਆਫ ਗਲੂਕੋਜ਼? C6H12O6। ਔਰ ਗੈਸ ਜਿਹੜੀ ਨਾਲ ਪ੍ਰੋਡਿਊਸ ਹੋ ਰਹੀ ਆ ਕਿਹੜੀ ਹੋ ਰਹੀ ਆ? ਆਕਸੀਜਨ। ਵਟ ਇਜ਼ ਦ ਫਾਰਮੂਲਾ ਆਫ ਆਕਸੀਜਨ? ਇਟ ਇਜ਼ O2। ਇਹਨੂੰ ਤੁਸੀਂ ਸਿੰਪਲ ਵਰਡਸ 'ਚ ਵੀ ਲਿਖ ਸਕਦੇ ਹੋ ਜੇ ਫਾਰਮੂਲੇ ਦੀ ਫਾਰਮ 'ਚ ਨਹੀਂ ਆਉਂਦਾ। ਤੇ carbon dioxide plus water give rise to, in the presence of sunlight and chlorophyll, give rise to glucose plus oxygen। ਵੈਸੇ ਤੇ ਬੱਚੇ ਤੁਸੀਂ ਇਕੁਏਸ਼ਨਸ ਯਾਦ ਰੱਖੋਗੇ ਤੇ ਵਧੀਆ ਗੱਲ ਆ, ਕਿਉਂਕਿ ਸੀਨੀਅਰ ਕਲਾਸਿਸ ਦੇ ਵਿੱਚ ਤੁਹਾਡੇ ਲਈ ਬਹੁਤ ਹੈਲਪਫੁਲ ਹੋਏਗਾ ਲਰਨ ਕਰਨਾ ਇਹਨਾਂ ਨੂੰ। ਰॉ ਮਟੀਰੀਅਲਸ ਫਾਰ ਫੋਟੋਸਿੰਥੇਸਿਸ। ਰॉ ਮਟੀਰੀਅਲਸ ਮਤਲਬ ਜੋ ਵੀ ਫੋਟੋਸਿੰਥੇਸਿਸ ਪ੍ਰੋਸੈਸ ਨੂੰ ਹੋਣ ਵਾਸਤੇ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ, ਉਹ ਰॉ ਮਟੀਰੀਅਲਸ ਕਿਹੜੇ ਕਿਹੜੇ ਨੇ ਉਹਦੇ ਬਾਰੇ ਅਸੀਂ ਪੜ੍ਹਾਂਗੇ। ਇਟ ਇਜ਼ ਕਲੀਅਰ ਫਰੋਮ ਦ ਅਬਵ ਇਕੁਏਸ਼ਨ that carbon dioxide and water are the raw materials for photosynthesis। ਇਹ ਉੱਪਰ ਇਕੁਏਸ਼ਨ ਜਿਹੜੀ ਦਿੱਤੀ ਹੋਈ ਆ ਉਹਦੇ ਤੋਂ ਸਾਨੂੰ ਕਲੀਅਰ ਹੋ ਰਿਹਾ ਕਿ ਜਿਹੜੀ ਕਾਰਬਨ ਡਾਈਆਕਸਾਈਡ ਅਤੇ ਵਾਟਰ ਇਹ ਰਾ ਮਟੀਰੀਅਲਸ ਨੇ ਜਿਹੜੇ ਯੂਜ਼ ਹੁੰਦੇ ਨੇ ਫੋਟੋਸਿੰਥੇਸਿਸ ਦੇ ਪ੍ਰੋਸੈਸ 'ਚ। ਕਲੋਰੋਫਿਲ ਐਂਡ ਸਨਲਾਈਟ ਆਰ ਆਲਸੋ ਐਸੈਂਸ਼ੀਅਲ ਫਾਰ ਇਟ। ਅਤੇ ਸਿਰਫ ਇਹੀ ਨਹੀਂ, ਦੋਨੋਂ ਕਲੋਰੋਫਿਲ ਅਤੇ ਸਨਲਾਈਟ ਜਿਹੜੀ ਆ ਇਹ ਵੀ ਇੰਪੋਰਟੈਂਟ ਹੈ। ਫਸਟ ਵਨ ਇਜ਼ ਕਾਰਬਨ ਡਾਈਆਕਸਾਈਡ। ਕਾਰਬਨ ਡਾਈਆਕਸਾਈਡ ਕਿੱਥੋਂ ਲੈਂਦੇ ਨੇ ਪਲਾਂਟਸ? ਫਰੋਮ ਏਅਰ। Carbon dioxide from air is taken through tiny pores present on the surface of the leaves। These pores are called stomata। Carbon dioxide ਜਿਹੜੀ ਆ ਉਹ ਪਲਾਂਟ ਦੇ ਅੰਦਰ ਕਿਵੇਂ ਐਂਟਰ ਹੁੰਦੀ ਆ? ਬੱਚਿਓ, ਲੀਵਸ ਦੇ ਸਰਫੇਸਿਸ ਦੇ ਉੱਪਰ ਟਾਈਨੀ ਪੋਰਸ ਹੁੰਦੇ ਆ ਜਿਹਨੂੰ ਅਸੀਂ ਕਹਿੰਦੇ ਆ ਸਟੋਮੈਟਾ। ਇਹਨਾਂ ਪੋਰਸ ਦੇ, ਇਹਨਾਂ ਛੇਦਾਂ ਦੇ ਥਰੂ, ਇਹਨਾਂ ਹੋਲਸ ਦੇ ਥਰੂ ਕਾਰਬਨ ਡਾਈਆਕਸਾਈਡ ਜਿਹੜੀ ਆ ਉਹ ਲੀਵਸ 'ਚ ਐਂਟਰ ਕਰਦੀ ਆ। ਸਟੋਮੈਟਾ ਆਰ ਸਰਾਊਂਡਡ ਬਾਈ ਗਾਰਡ ਸੈਲਸ। ਅਤੇ ਜਿਹੜੇ ਸਟੋਮੈਟਾ ਹੁੰਦੇ ਆ ਇਹਨਾਂ ਦੇ ਆਲੇ ਦੁਆਲੇ ਜਿਹੜੀ ਸਰਾਊਂਡਿੰਗ ਹੁੰਦੀ ਆ ਸੈਲਸ ਦੀ, ਉਹਨਾਂ ਨੂੰ ਕਹਿੰਦੇ ਆ ਗਾਰਡ ਸੈਲਸ। ਤੁਸੀਂ ਪਿਕਚਰ ਨੂੰ ਧਿਆਨ ਨਾਲ ਦੇਖੋ। ਫਿਗਰ 1.2 ਸਟੋਮੈਟਾ ਵਿਦ ਗਾਰਡ ਸੈਲਸ। ਲੀਵ ਦੀ ਪਿਕ ਦਿਖਾਈ ਹੋਈ ਆ ਔਰ ਉਹਦੇ ਨਾਲ
ਲੀਵ ਦਾ ਥੋੜ੍ਹਾ ਜਿਹਾ ਪੋਰਸ਼ਨ ਮਾਈਕਰੋਸਕੋਪ ਦੇ ਹੇਠਾਂ ਰੱਖ ਕੇ ਉਹਦੀ ਜਿਹੜੀ ਸਟਰਕਚਰ ਨਜ਼ਰ ਆਉਂਦੀ ਆ ਉਹ ਦਿਖਾਈ ਹੋਈ ਆ। ਤੁਸੀਂ ਇਸ ਪਿਕਚਰ ਨੂੰ ਧਿਆਨ ਨਾਲ ਦੇਖੋ, ਇਹਦੇ ਵਿੱਚ ਕੀ ਨਜ਼ਰ ਆ ਰਿਹਾ? ਸਟੋਮੈਟਾ, ਔਰ ਉਹਦੇ ਸਾਈਡਾਂ 'ਤੇ ਜਿਹੜੇ ਸੈਲਸ ਹੈ ਜਿਹੜੇ ਸਰਾਊਂਡ ਕਰਦੇ ਆ ਸਟੋਮੈਟਾ ਨੂੰ, ਉਹਨਾਂ ਨੂੰ ਕਹਿੰਦੇ ਆ ਗਾਰਡ ਸੈਲਸ। ਨੈਕਸਟ ਹੈ ਵਾਟਰ ਐਂਡ ਮਿਨਰਲਸ। Water and minerals are absorbed by roots from soil and then transported to other parts of plant with the help of xylem tissue। ਦੋ ਤਰ੍ਹਾਂ ਦੇ ਟਿਸ਼ੂ ਹੁੰਦੇ ਨੇ ਪਲਾਂਟਸ ਦੇ ਵਿੱਚ, ਇੱਕ ਜਾਇਲਮ ਤੇ ਇੱਕ ਫਲੋਇਮ। ਜਿਹੜਾ ਵਾਟਰ ਕੰਡਕਟਿੰਗ ਟਿਸ਼ੂ ਉਹ ਜਾਇਲਮ ਅਤੇ ਜਿਹੜਾ ਫੂਡ ਕੰਡਕਟਿੰਗ ਟਿਸ਼ੂ ਆ ਉਹ ਫਲੋਇਮ ਹੁੰਦਾ ਹੈ। ਹੁਣ ਵਾਟਰ ਤੇ ਮਿਨਰਲਸ ਜਿਹੜੇ ਆ ਉਹ ਐਬਜ਼ੌਰਬ ਹੁੰਦੇ ਆ ਰੂਟਸ ਤੋਂ, ਰੂਟਸ ਦੇ ਦੁਆਰਾ ਐਬਜ਼ੌਰਬ ਹੁੰਦੇ ਆ। ਮਤਲਬ ਜਿਹੜਾ ਵਾਟਰ ਤੇ ਮਿਨਰਲਸ ਆ ਉਹਨੂੰ ਰੂਟਸ ਕਿੱਥੋਂ ਲੈਂਦੀਆਂ ਨੇ? ਸੋਇਲ ਤੋਂ, ਤੇ ਫਿਰ ਟਰਾਂਸਪੋਰਟ ਦੂਸਰੇ ਪਲਾਂਟ ਦੇ ਪਾਰਟਸ ਨੂੰ ਕਰਦੀਆਂ ਨੇ ਬਾਕੀ ਨੂੰ, ਕਿਹਦੀ ਹੈਲਪ ਦੇ ਨਾਲ? ਇੱਕ ਟਿਸ਼ੂ ਦੀ ਹੈਲਪ ਦੇ ਨਾਲ ਜਿਹਨੂੰ ਕਹਿੰਦੇ ਆ ਜਾਈਲਮ ਟਿਸ਼ੂ। ਸਮਝ ਆ ਰਿਹਾ ਨਾ ਬੱਚਿਓ? ਕਿਹੜਾ ਟਿਸ਼ੂ ਆ ਜਿਹਦੇ ਨਾਲ ਵਾਟਰ ਤੇ ਮਿਨਰਲਸ ਟਰਾਂਸਪੋਰਟ ਹੁੰਦੇ ਆ ਪਲਾਂਟ ਦੇ ਬਾਕੀ ਪਾਰਟਸ ਨੂੰ? ਜਾਈਲਮ ਟਿਸ਼ੂ ਦੇ ਨਾਲ। You will learn more about transport of materials in plants in chapter 11। 11 ਚੈਪਟਰ ਜਿਹੜਾ ਉਹ ਟਰਾਂਸਪੋਰਟ ਤੇ, ਉਹਦੇ ਵਿੱਚ ਤੁਸੀਂ ਜਾਈਲਮ ਟਿਸ਼ੂ ਤੇ ਫਲੋਇਮ ਟਿਸ਼ੂ ਬਾਰੇ ਪੜ੍ਹੋਗੇ। ਨੈਕਸਟ ਹੈ ਸਨਲਾਈਟ। Sunlight is the ultimate source of energy for all living organisms। ਜਿੰਨੇ ਵੀ ਲਿਵਿੰਗ ਆਰਗੇਨਿਜ਼ਮਸ ਅਰਥ 'ਤੇ ਆ ਉਹਨਾਂ ਦਾ ਅਲਟੀਮੇਟ ਸੋਰਸ ਆਫ ਐਨਰਜੀ ਕੀ ਆ? ਸਨਲਾਈਟ। During photosynthesis, light energy from sun is converted into chemical energy। photosynthesis ਦੇ ਪ੍ਰੋਸੈਸ ਦੇ ਵਿੱਚ ਕੀ ਹੁੰਦਾ ਹੈ? ਜਿਹੜੀ ਲਾਈਟ ਐਨਰਜੀ ਆ ਉਹ ਕੈਮੀਕਲ ਐਨਰਜੀ ਵਿੱਚ ਕਨਵਰਟ ਹੁੰਦੀ ਆ। ਲਾਈਟ ਐਨਰਜੀ ਕਿਹੜੀ ਐਨਰਜੀ 'ਚ ਕਨਵਰਟ ਹੁੰਦੀ ਆ? ਕੈਮੀਕਲ ਐਨਰਜੀ 'ਚ। ਅਗਲਾ ਰॉ ਮਟੀਰੀਅਲ ਹੈ ਸਾਡੇ ਕੋਲ chlorophyll। The leaves are green due to the presence of a green color pigment called chlorophyll। ਲੀਵਸ ਦਾ ਕਲਰ ਗ੍ਰੀਨ ਕਿਉਂ ਹੁੰਦਾ ਆ? ਗ੍ਰੀਨ ਕਲਰ ਦੀ ਪਿਗਮੈਂਟ ਕਰਕੇ ਜਿਹਦਾ ਨਾਮ ਹੈ ਕਲੋਰੋਫਿਲ, ਜਿਹੜਾ ਮੈਂ ਬੱਚਿਓ ਅੱਗੇ ਵੀ ਤੁਹਾਨੂੰ ਦੱਸ ਚੁੱਕੀ ਹਾਂ। It helps the leaves to trap sunlight। What is the function of chlorophyll? Chlorophyll ਕੀ ਕੰਮ ਕਰਦਾ ਲੀਵਸ 'ਚ? ਇਹ ਸਨਲਾਈਟ ਨੂੰ, ਐਨਰਜੀ ਨੂੰ, ਸੂਰਜ ਦੀ ਰੋਸ਼ਨੀ ਨੂੰ ਟਰੈਪ ਕਰਦਾ, ਸਟੋਰ ਕਰਦਾ। Leaves of some plants are not green in color। ਜ਼ਰੂਰੀ ਨਹੀਂ ਹੈ ਕਿ ਸਾਰੇ ਪਲਾਂਟਸ ਦੀਆਂ ਲੀਵਸ ਦਾ ਕਲਰ ਗ੍ਰੀਨ ਹੀ ਹੋਵੇ। ਕੁਝ ਪਲਾਂਟਸ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੀਆਂ ਲੀਵਸ ਦਾ ਕਲਰ ਗ੍ਰੀਨ ਨਹੀਂ ਹੁੰਦਾ। This is due to the presence of additional pigment which marks the green color, for example red in collis and purple in red cabbage। Photosynthesis is a unique process in all the living organisms, directly or indirectly depend upon the food prepared by plants। photosynthesis ਜਿਹੜਾ ਬੱਚਿਓ ਇਹ ਇੱਕ ਯੂਨੀਕ ਪ੍ਰੋਸੈਸ ਹੈ। ਕਿਵੇਂ ਯੂਨੀਕ ਆ? ਕਿਉਂਕਿ ਸਾਰੇ ਹੀ ਆਰਗੇਨਿਜ਼ਮਸ ਇਹਦੇ 'ਤੇ ਡਿਪੈਂਡੈਂਟ ਆ, ਵੈਦਰ ਡਾਇਰੈਕਟਲੀ ਔਰ ਇਨਡਾਇਰੈਕਟਲੀ। ਡਾਇਰੈਕਟਲੀ ਜਿਵੇਂ ਗ੍ਰੀਨ ਪਲਾਂਟਸ, ਉਹ ਫੂਡ ਹੀ, ਉਹਨਾਂ ਦਾ ਫੂਡ ਜਿਹੜਾ ਪ੍ਰੋਡਿਊਸ ਕਰਨ ਦਾ ਪ੍ਰੋਸੈਸ ਉਹ ਫੋਟੋਸਿੰਥੇਸਿਸ ਹੀ ਆ। ਔਰ ਜਿਹੜੇ ਹੈਟਰੋਟ੍ਰੋਪ ਪਲਾਂਟਸ ਆ, ਹੈਟਰੋਟ੍ਰੋਪਿਕ ਆਰਗੇਨਿਜ਼ਮਸ ਨੇ, ਉਹ ਵੀ ਇਹਦੇ 'ਤੇ ਹੀ ਡਿਪੈਂਡੈਂਟ ਆ ਕਿਉਂਕਿ ਉਹ ਆਪਣਾ ਫੂਡ ਪ੍ਰਿਪੇਅਰ ਨਹੀਂ ਕਰ ਸਕਦੇ। ਇਸ ਕਰਕੇ ਜਿਹੜਾ ਫੋਟੋਸਿੰਥੇਸਿਸ ਆ ਉਹ ਸਾਰੇ ਆਰਗੇਨਿਜ਼ਮਸ ਦਾ ਇੱਕ ਯੂਨੀਕ ਪ੍ਰੋਸੈਸ ਹੈ।
ਅੱਗੇ ਹੈ ਫੋਟੋਸਿੰਥੇਸਿਸ ਦੇ ਟਾਈਮ ਤੇ ਪ੍ਰੋਡਿਊਸ ਕੀ ਹੁੰਦਾ, ਵਟ ਆਰ ਦ ਪ੍ਰੋਡਕਟਸ ਆਫ ਫੋਟੋਸਿੰਥੇਸਿਸ। ਫੋਟੋਸਿੰਥੇਸਿਸ ਦੀ ਇਕੁਏਸ਼ਨ ਸਮ ਅਪ ਕਰਕੇ ਕੈਮੀਕਲ ਇਕੁਏਸ਼ਨ ਦਿਖਾਈ ਸੀਗੀ ਮੈਂ ਕਿ ਕਿਵੇਂ ਕਾਰਬਨ ਡਾਈਆਕਸਾਈਡ ਵਾਟਰ ਮਿਕਸ ਹੋ ਕੇ ਗਲੂਕੋਜ਼ ਤਿਆਰ ਕਰਦਾ, ਨਾਲ ਆਕਸੀਜਨ ਗੈਸ ਨਿਕਲਦੀ ਆ। ਕੀ ਪ੍ਰੋਡਿਊਸ ਹੁੰਦਾ, ਗਲੂਕੋਜ਼ ਤੇ ਆਕਸੀਜਨ। ਇਸ ਕਰਕੇ ਜਿਹੜੇ ਫੋਟੋਸਿੰਥੇਸਿਸ ਦੇ ਪ੍ਰੋਡਕਟਸ ਆ ਉਹ ਕਿਹੜੇ ਆ, ਆਕਸੀਜਨ ਤੇ ਗਲੂਕੋਜ਼। ਇਹ ਇਨੀਸ਼ੀਅਲ ਪ੍ਰੋਡਕਟਸ ਨੇ ਫੋਟੋਸਿੰਥੇਸਿਸ ਦੇ। ਆਕਸੀਜਨ ਗੈਸ ਐਂਡ ਗਲੂਕੋਜ਼ ਆਰ ਦ ਇਨੀਸ਼ੀਅਲ ਪ੍ਰੋਡਕਟਸ ਆਫ ਫੋਟੋਸਿੰਥੇਸਿਸ। Glucose is then converted into starch, for example wheat, maize and rice etc. for storage. जिन्ना glucose on the spot चाहिदा हुंदा plant ਨੂੰ यूज़ कर लेंदा, ਜਿਹੜਾ ਬਾਕੀ ਦਾ ਹੁੰਦਾ ਆ ਉਹ ਆਪਣੀ ਬਾਡੀ 'ਚ ਸਟੋਰ ਕਰ ਲੈਂਦਾ ਹੈ ਕਿਹਦੀ ਫਾਰਮ ਦੇ ਵਿੱਚ, ਸਟਾਰਚ ਦੀ ਫਾਰਮ ਦੇ ਵਿੱਚ। ਫॉर एग्जाम्पल ਵੀਟ ਪਲਾਂਟ ਹੋ ਗਿਆ, ਮੇਜ਼ ਹੋ ਗਿਆ, ਰਾਈਸ ਹੋ ਗਿਆ, ਇਹਨਾਂ ਦੇ ਵਿੱਚ ਸਟਾਰਚ ਦੀ ਫਾਰਮ ਦੇ ਵਿੱਚ ਜਿਹੜਾ ਗਲੂਕੋਜ਼ ਆ ਉਹ ਸਟੋਰੇਜ ਹੋ ਜਾਂਦਾ ਹੈ। ਹੁਣ ਸਾਡਾ ਆਟੋਟ੍ਰੋਪਿਕ ਨਿਊਟ੍ਰੀਸ਼ਨ ਖਤਮ ਹੋ ਗਿਆ ਔਰ ਅਸੀਂ ਕਰਾਂਗੇ ਹੈਟਰੋਟ੍ਰੋਪਿਕ ਨਿਊਟ੍ਰੀਸ਼ਨ। ਹੈਟਰੋਟ੍ਰੋਪਿਕ ਨਿਊਟ੍ਰੀਸ਼ਨ ਕਿਹੜਾ ਹੁੰਦਾ ਹੈ, ਉਹ ਮੋਡ ਆਫ ਨਿਊਟ੍ਰੀਸ਼ਨ ਜਿਹੜਾ ਹੈਟਰੋਟ੍ਰੋਪਸ 'ਚ ਹੁੰਦਾ ਆ। ਹੈਟਰੋਟ੍ਰੋਪਸ ਕੀ ਹੁੰਦੇ ਆ, ਆਰਗੇਨਿਜ਼ਮਸ ਵਿਚ ਕੈਨੋਟ ਪ੍ਰਪੇਅਰ देयर ओन फूड एंड डिपेंड अपॉन अदर्स फॉर फूड आर कॉल्ड हेटरोट्रॉप्स। ਜਿਹੜੇ ਆਪਣਾ ਫੂਡ ਆਪ ਤਿਆਰ ਨਹੀਂ ਕਰ ਸਕਦੇ, ਆਪਣੇ ਫੂਡ ਵਾਸਤੇ ਦੂਸਰੇ ਆਰਗੇਨਿਜ਼ਮਸ 'ਤੇ ਡਿਪੈਂਡੈਂਟ ਹੁੰਦੇ ਆ, ਉਹਨਾਂ ਨੂੰ ਹੈਟਰੋਟ੍ਰੋਪਸ ਕਹਿੰਦੇ ਆ। ਅਤੇ ਉਹਨਾਂ ਦਾ ਮੋਡ ਆਫ ਨਿਊਟ੍ਰੀਸ਼ਨ ਜਿਹੜਾ ਵਾ ਉਹਨੂੰ ਹੈਟਰੋਟ੍ਰੋਪਿਕ ਨਿਊਟ੍ਰੀਸ਼ਨ ਕਹਿੰਦੇ ਆ। ਦਿਸ ਟਾਈਪ ਆਫ ਨਿਊਟ੍ਰੀਸ਼ਨ ਇਜ਼ ਕਾਲਡ ਹੈਟਰੋਟ੍ਰੋਪਿਕ ਨਿਊਟ੍ਰੀਸ਼ਨ। All animals and few plants or heterotrophs, all animals and few plants are heterotrophs or consumers। ਸਾਰੇ ਐਨੀਮਲਸ ਤੇ ਕੁਝ ਪਲਾਂਟਸ ਜਿਹੜੇ ਹੁੰਦੇ ਆ, ਪਲਾਂਟਸ ਸਾਰੇ ਆਟੋਟ੍ਰੋਪਸ ਨਹੀਂ ਹੁੰਦੇ, ਕੁਝ ਪਲਾਂਟਸ ਵੀ ਹੈਟਰੋਟ੍ਰੋਪਸ ਹੁੰਦੇ ਆ। ਐਨੀਮਲਸ ਦਾ ਸਾਰੇ ਹੈਟਰੋਟ੍ਰੋਪਸ ਆ, ਉਹ ਆਪਣੇ ਫੂਡ ਵਾਸਤੇ ਦੂਸਰਿਆਂ 'ਤੇ ਡਿਪੈਂਡੈਂਟ ਆ, ਬਟ ਕੁਝ ਪਲਾਂਟਸ ਵੀ ਇਹੋ ਜਿਹੇ ਹੁੰਦੇ ਆ ਜਿਹੜੇ ਆਪਣੇ ਫੂਡ ਵਾਸਤੇ ਦੂਸਰਿਆਂ 'ਤੇ ਡਿਪੈਂਡੈਂਟ ਹੁੰਦੇ ਆ, ਅਤੇ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ, ਹੈਟਰੋਟ੍ਰੋਪਸ ਔਰ ਕੰਜ਼ਿਊਮਰਸ। ਤੁਹਾਨੂੰ ਪਤਾ ਹੋਣਾ ਬੱਚਿਓ, ਗ੍ਰੀਨ ਪਲਾਂਟਸ ਨੂੰ ਆਪਾਂ ਆਟੋਟ੍ਰੋਪਸ ਵੀ ਕਹਿੰਦੇ ਆ ਅਤੇ ਪ੍ਰੋਡਿਊਸਰਸ ਵੀ ਕਹਿੰਦੇ, ਕਿਉਂਕਿ ਉਹ ਫੂਡ ਪ੍ਰੋਡਿਊਸ ਕਰਦੇ ਆ ਆਪਣੇ ਵਾਸਤੇ ਵੀ ਦੂਸਰਿਆਂ ਵਾਸਤੇ ਵੀ। ਔਰ ਇਸੇ ਤਰ੍ਹਾਂ ਹੈਟਰੋਟ੍ਰੋਪਸ ਆਪ ਫੂਡ ਪ੍ਰੋਡਿਊਸ ਨਹੀਂ ਕਰ ਸਕਦੇ, ਇਹ ਦੂਸਰਿਆਂ ਤੋਂ ਲੈਂਦੇ ਆ, ਕੰਜ਼ਿਊਮ ਕਰਦੇ ਆ, ਇਸ ਕਰਕੇ ਅਸੀਂ ਇਹਨਾਂ ਨੂੰ ਕੰਜ਼ਿਊਮਰਸ ਵੀ ਕਹਿੰਦੇ ਆ। There are some other plants which do not have chlorophyll and cannot synthesize their own food। ਹੋਰ ਵੀ ਪਲਾਂਟਸ ਹੈਗੇ ਆ ਕੁਝ ਜਿਨ੍ਹਾਂ ਕੋਲ ਕਲੋਰੋਫਿਲ ਨਹੀਂ ਹੁੰਦਾ ਅਤੇ ਉਹ ਆਪਣਾ ਫੂਡ ਆਪ ਤਿਆਰ ਨਹੀਂ ਕਰ ਸਕਦੇ। ਕਿਉਂ ਨਹੀਂ ਕਰ ਸਕਦੇ, ਬਿਕੋਜ਼ ਦੇ ਲੈਕ ਕਲੋਰੋਫਿਲ, ਕਿਉਂਕਿ ਉਹਨਾਂ ਦੇ ਵਿੱਚ ਕਲੋਰੋਫਿਲ ਨਹੀਂ ਹੁੰਦਾ। ਦੇ ਡਿਪੈਂਡ ਅਪੋਨ ਅਦਰ ਪਲਾਂਟਸ ਫਾਰ ਫੂਡ। ਉਹ ਫੂਡ ਕਿੱਥੋਂ ਲੈਂਦੇ ਆ, ਆਪਣੇ ਫੂਡ ਲਈ ਦੂਸਰਿਆਂ 'ਤੇ ਨਿਰਭਰ ਕਰਦੇ ਆ। ਸੱਚ ਪਲਾਂਟਸ ਆਰ ਕਾਲਡ ਹੈਟਰੋਟ੍ਰੋਪਿਕ ਪਲਾਂਟਸ। ਇਹੋ ਜਿਹੇ ਪਲਾਂਟਸ ਨੂੰ ਕਹਿੰਦੇ ਆ ਹੈਟਰੋਟ੍ਰੋਪਿਕ ਪਲਾਂਟਸ। ਔਨ ਦ ਬੇਸਿਸ ਆਫ ਨਿਊਟ੍ਰੀਸ਼ਨ ਹੈਟਰੋਟ੍ਰੋਪਿਕ ਪਲਾਂਟਸ ਆਰ ਕਲਾਸੀਫਾਈਡ ਐਜ਼ ਬਿਲੋ। ਹੁਣ ਅਸੀਂ ਹੈਟਰੋਟ੍ਰੋਪਿਕ ਨਿਊਟ੍ਰੀਸ਼ਨ ਦੇ ਬੇਸਿਸ 'ਤੇ ਪਲਾਂਟਸ ਦੀ ਵੰਡ ਕਰਾਂਗੇ। ਉਹਦੇ 'ਚੋਂ ਪਹਿਲੀ ਟਾਈਪ ਜਿਹੜੀ ਹੈ ਪਲਾਂਟਸ ਦੀ, ਉਹ ਹੈ ਪੈਰਾਸਿਟਿਕ ਪਲਾਂਟਸ। ਕਿਹੜੇ ਪਲਾਂਟਸ, ਪੈਰਾਸਿਟਿਕ ਪਲਾਂਟਸ। ਸਮ ਹੈਟਰੋਟ੍ਰੋਪਿਕ ਪਲਾਂਟਸ, ਉਹ ਪਲਾਂਟਸ ਜਿਹੜੇ ਆਪਣੇ ਫੂਡ ਲਈ ਦੂਸਰਿਆਂ 'ਤੇ ਡਿਪੈਂਡ ਕਰਦੇ ਆ, ਡਿਪੈਂਡ ਔਨ ਅਦਰ ਪਲਾਂਟਸ ਐਂਡ ਐਨੀਮਲਸ ਫਾਰ ਫੂਡ। ਉਹ ਸਿਰਫ ਪਲਾਂਟਸ 'ਤੇ ਡਿਪੈਂਡ ਨਹੀਂ ਕਰਦੇ, ਆਪਣੇ ਫੂਡ ਲਈ ਐਨੀਮਲਸ 'ਤੇ ਵੀ ਡਿਪੈਂਡ ਕਰਦੇ ਆ। ਸੱਚ ਪਲਾਂਟਸ ਆਰ ਕਾਲਡ ਪੈਰਾਸਾਈਟਸ। ਇਹੋ ਜਿਹੇ ਪਲਾਂਟਸ ਨੂੰ ਕੀ ਕਹਿੰਦੇ ਆ, ਪੈਰਾਸਾਈਟਸ। ਐਂਡ ਦ ਪਲਾਂਟ ਔਨ ਵਿਚ ਦੇ ਡਿਪੈਂਡ ਇਜ਼ ਕਾਲਡ ਹੋਸਟ। ਅਤੇ ਜਿਹੜੇ ਪਲਾਂਟ 'ਤੇ ਇਹ ਡਿਪੈਂਡੈਂਟ ਹੁੰਦੇ ਆ ਆਪਣੇ ਫੂਡ ਦੇ ਲਈ, ਉਹਨੂੰ ਕੀ ਕਹਿੰਦੇ ਆ, ਹੋਸਟ। ਫॉर एग्जाम्पल कस्कूटा, it
it is the name of a plant. The common name of this plant is amarvel or dodder. This is a plant with yellowish thread-like structures without leaves. ਇਹ ਜਿਹੜਾ ਪਲਾਂਟ ਹੁੰਦਾ ਹੈ ਨਾ ਬੱਚਿਓ yellowish ਕਲਰ ਦਾ ਹੁੰਦਾ ਹੈ, ਥ੍ਰੈਡ ਲਾਈਕ ਸਟਰਕਚਰਸ ਹੁੰਦੀਆਂ ਨੇ ਇਹਦੀਆਂ। ਇਹ ਪਲਾਂਟ ਦੀਆਂ ਲੀਵਸ ਨਹੀਂ ਹੁੰਦੀਆਂ। It climbs on plants or trees, covers these plants fully and takes food from the host plant. ਇਹ ਜਿਹੜਾ ਪਲਾਂਟ ਆ ਬੱਚਿਓ ਇਹ ਦੂਸਰੇ ਪਲਾਂਟਸ ਦੇ ਉੱਪਰ ਕਲਾਈਮ ਕਰਦਾ ਆ। ਇਹਦੀਆਂ ਆਪਣੀਆਂ ਲੀਵਸ ਹੁੰਦੀਆਂ ਨਹੀਂ, ਇਸ ਕਰਕੇ ਆਪਣਾ ਫੂਡ ਨਹੀਂ ਪ੍ਰਪੇਅਰ ਕਰ ਸਕਦਾ। ਇਹ ਦੂਸਰੇ ਪਲਾਂਟਸ ਦੇ ਉੱਪਰ ਲਟਕ ਜਾਂਦਾ ਆ, ਉਹਨਾਂ ਤੋਂ ਆਪਣਾ ਫੂਡ ਲੈਂਦਾ ਹੈ। ਔਰ ਜਿਹੜੇ ਪਲਾਂਟ ਤੋਂ ਆਪਣਾ ਫੂਡ ਲੈਂਦਾ ਹੈ ਉਹ ਪਲਾਂਟ ਨੂੰ ਕੀ ਕਹਿੰਦੇ ਆ? ਹੋਸਟ ਪਲਾਂਟ। ਦ ਪਲਾਂਟ on which it climbs is called host and Cuscuta is called parasite. Cuscuta plant ਨੂੰ ਕੀ ਕਵਾਂਗੇ ਫਿਰ? ਪੈਰਾਸਾਈਟ, ਕਿਉਂਕਿ ਆਪਣਾ ਫੂਡ ਆਪ ਤਿਆਰ ਨਹੀਂ ਕਰ ਸਕਦਾ, ਆਪਣੇ ਫੂਡ ਵਾਸਤੇ ਦੂਸਰੇ ਪਲਾਂਟ 'ਤੇ ਡਿਪੈਂਡੈਂਟ ਆ। ਔਰ ਜਿਹੜੇ ਪਲਾਂਟ ਦਾ ਇਹ ਫੂਡ ਖਾਂਦਾ, ਜਿਹਦੇ ਤੋਂ ਲੈਂਦਾ ਹੈ, ਉਸ ਪਲਾਂਟ ਨੂੰ ਕੀ ਕਵਾਂਗੇ? ਹੋਸਟ ਪਲਾਂਟ। Cuscuta deprives the host of its nutrients. ਇਹ ਜਿਹੜੇ ਪਲਾਂਟ ਦੇ ਉੱਪਰ ਕਲਾਈਮ ਕਰਦਾ ਆ ਉਹਦਾ ਸਾਰਾ ਨਿਊਟ੍ਰੀਸ਼ਨ ਜਿਹੜਾ ਆ ਖੁਦ ਖਾ ਲੈਂਦਾ ਆ ਅਤੇ ਉਹਦੇ ਵਿੱਚ ਨਿਊਟ੍ਰੀਸ਼ਨ ਦੀ ਕਮੀ ਵੀ ਆ ਜਾਂਦੀ ਹੈ। ਦਿਸ ਟਾਈਪ ਆਫ ਨਿਊਟ੍ਰੀਸ਼ਨ ਇਜ਼ ਨੋਨ ਐਜ਼ ਪੈਰਾਸਿਟਿਕ ਨਿਊਟ੍ਰੀਸ਼ਨ। ਇਸ ਤਰ੍ਹਾਂ ਦੇ ਨਿਊਟ੍ਰੀਸ਼ਨ ਨੂੰ ਅਸੀਂ ਕੀ ਕਵਾਂਗੇ? ਪੈਰਾਸਿਟਿਕ ਨਿਊਟ੍ਰੀਸ਼ਨ। ਹੁਣ ਬੱਚਿਓ ਜੇ ਤੁਹਾਨੂੰ 1 ਨੰਬਰ ਦਾ ਕੁਐਸਚਨ ਆ ਜੇ ਕਿ ਪੈਰਾਸਾਈਟਸ ਕੀ ਹੁੰਦੇ ਆ ਅਤੇ ਪੈਰਾਸਿਟਿਕ ਨਿਊਟ੍ਰੀਸ਼ਨ ਦੀ ਇੱਕ ਐਗਜ਼ਾਮਪਲ ਦਿਓ ਅਤੇ ਤੁਸੀਂ ਕੀ ਦੱਸੋਗੇ? ਕਿ ਉਹ ਪਲਾਂਟ ਜਿਹੜੇ ਆਪਣੇ ਫੂਡ ਲਈ ਦੂਸਰਿਆਂ ਉੱਪਰ ਡਿਪੈਂਡੈਂਟ ਹੁੰਦੇ ਆ, ਆਪਣਾ ਫੂਡ ਆਪ ਨਹੀਂ ਤਿਆਰ ਕਰ ਸਕਦੇ। ਸਿਰਫ ਪਲਾਂਟ ਨਹੀਂ, ਐਨੀਮਲਸ 'ਤੇ ਵੀ ਉਹਨਾਂ ਨੂੰ ਪੈਰਾਸਾਈਟਸ ਕਹਿੰਦੇ ਆ। ਔਰ ਇਹਦੀ ਐਗਜ਼ਾਮਪਲ ਹੈ ਕਸਕੂਟਾ ਪਲਾਂਟ, ਜਿਹਨੂੰ ਅਸੀਂ ਪੰਜਾਬੀ 'ਚ ਅਮਰਵੇਲ ਵੀ ਕਹਿੰਦੇ ਆ। ਇਹ ਜਿਹੜਾ ਪਲਾਂਟ ਹੈ ਆਪਣਾ ਫੂਡ ਦੂਸਰੇ ਪਲਾਂਟ ਤੋਂ ਲੈਂਦਾ ਹੈ, ਜਿਹਨੂੰ ਅਸੀਂ ਹੋਸਟ ਕਹਿੰਦੇ ਆ। ਨੈਕਸਟ ਟਾਈਪ ਆਫ ਪਲਾਂਟਸ ਆਰ insectivorous plants. There are few plants which have special structures to trap and digest insects. Such plants are called insectivorous plants. ਉਹ plants ਜਿਨ੍ਹਾਂ ਦੀਆਂ bodies ਦੇ ਵਿੱਚ special structures ਬਣੀਆਂ ਹੁੰਦੀਆਂ ਨੇ insects ਨੂੰ ਆਪਣੇ ਅੰਦਰ ਖਿੱਚਣ ਵਾਸਤੇ ਅਤੇ ਉਹਨਾਂ ਨੂੰ ਡਾਈਜੈਸਟ ਕਰਕੇ ਆਪਣਾ ਫੂਡ ਬਣਾਉਣ ਵਾਸਤੇ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਇਨਸੈਕਟੀਵਰਸ ਪਲਾਂਟਸ। ਤੁਸੀਂ ਪਿਕਚਰ ਦੇਖ ਸਕਦੇ ਹੋ, ਬਣੀ ਹੋਈ ਹੈ ਸਕਰੀਨ 'ਤੇ। ਜਿਵੇਂ ਪਿਕਚਰ ਮੈਨੇ ਪੰਜਾਬੀ 'ਚ ਪਿਕਚਰ ਮੀਨਿੰਗ ਹੁੰਦਾ ਘੜਾ। ਘੜਾ ਤਾਂ ਤੁਸੀਂ ਸਭ ਨੇ ਦੇਖਿਆ। ਇਹ ਜਿਹੜਾ ਬੱਚਿਓ ਪਲਾਂਟ ਆ ਨਾ, ਇਹਦੀ ਜਿਹੜੀ ਲੀਵ ਹੁੰਦੀ ਆ ਜਾਂ ਲੀਵਸ ਕਹਿ ਸਕਦੇ ਹੋ, ਉਹ ਪਿਕਚਰ ਦਾ ਰੂਪ ਲੈ ਲੈਂਦੇ, ਪਿਕਚਰ ਦੀ ਫਾਰਮ ਲੈ ਲੈਂਦੇ। ਕਿਉਂ ਲੈਂਦੇ ਆ? ਉਹ ਪਿਕਚਰ ਦੇ ਉੱਪਰ ਇੱਕ ਲਿਡ ਵਰਗੀ ਸਟਰਕਚਰ ਬਣੀ ਹੁੰਦੀ ਹੈ, ਇੱਕ ਕਵਰ ਬਣਿਆ ਹੁੰਦਾ ਆ, ਉਹ ਓਪਨ ਹੋਇਆ ਹੁੰਦਾ ਆ। ਜਦੋਂ ਉਹਦੇ ਅੰਦਰ ਪਿਕਚਰ ਦੇ ਅੰਦਰ ਇਨਸੈਕਟਸ ਚਲੇ ਜਾਂਦੇ ਆ, ਇਹਦੇ ਅੰਦਰ ਪਿਕਚਰ ਦੇ ਵੈਕਸ ਜੀ ਹੁੰਦੀ ਆ, ਉਹ ਬੜੀ ਜਲਦੀ ਨਾਲ ਨੀਚੇ ਸਕਿਪ ਹੋ ਜਾਂਦੇ ਆ ਅਤੇ ਇਹਦਾ ਲਿਡ ਜਿਹੜਾ ਬੰਦ ਹੋ ਜਾਂਦਾ ਆ। ਸਲਿੱਪ ਕਰਦੇ ਨੇ ਜਦੋਂ ਇਨਸੈਕਟਸ, ਅਤੇ ਜਿਹੜਾ ਕਵਰ ਆ ਉਹ ਬੰਦ ਹੋ ਜਾਂਦਾ ਹੈ। ਕਵਰ ਬੰਦ ਹੋਣ ਤੋਂ ਬਾਅਦ ਇਨਸੈਕਟਸ ਮਰ ਜਾਂਦੇ ਆ ਅਤੇ ਉਹਨੂੰ ਆਪਣਾ ਫੂਡ ਬਣਾ ਲੈਂਦੇ ਆ, ਉੱਥੋਂ ਆਪਣਾ ਫੂਡ ਲੈਂਦੇ ਆ। ਫॉर एग्जाम्पल द ਲੀਵਸ ਆਫ ਪਿਕਚਰ ਪਲਾਂਟ ਆਰ ਮੋਡੀਫਾਈਡ ਐਜ਼ ਪਿਕਚਰ ਸ਼ੇਪ। ਮੈਂ ਤੁਹਾਨੂੰ ਐਕਸਪਲੇਨ ਕਰ ਹੀ ਦਿੱਤਾ ਹੈ ਕਿ ਜਿਹੜੀਆਂ ਲੀਵਸ ਨੇ ਪਲਾਂਟ ਦੀਆਂ ਪਿਕਚਰ ਸ਼ੇਪਡ ਹੁੰਦੀਆਂ ਨੇ, ਪਿਕਚਰ ਸ਼ੇਪ ਬੋਡੀਜ਼ ਟੂ ਟਰੈਪ ਦ ਇਨਸੈਕਟਸ। ਔਰ ਇਹ ਸ਼ੇਪ ਬਣੀ ਕਿਉਂ ਹੁੰਦੀ ਆ? ਤਾਂ ਕਿ ਇਹ ਇਨਸੈਕਟਸ ਨੂੰ ਆਪਣੇ ਅੰਦਰ ਖਿੱਚ ਸਕਣ, ਟਰੈਪ ਕਰ ਸਕਣ।
The opening of picture is lined with downward pointing hair। ਜਿਹੜਾ ਪਿਕਚਰ ਬਣਿਆ ਹੁੰਦਾ ਆ ਉਹਦੇ ਹੇਠਾਂ ਵਾਲੀ ਸਾਈਡ ਤੇ ਡਾਊਨਵਰਡ ਜਿਹੜੇ ਆ ਹੇਅਰ ਲਾਈਕ ਸਟਰਕਚਰਸ ਹੁੰਦੀਆਂ ਨੇ। ਵੈਨ ਇਨਸੈਕਟ ਸਿਟਸ ਔਨ ਦ ਓਪਨਿੰਗ ਆਫ ਪਿਕਚਰ ਇਟ ਸਲਿਪਸ ਡਾਊਨ। ਜਦੋਂ ਇਨਸੈਕਟਸ ਬੈਠਦੇ ਨੇ ਇਹਦੇ ਉੱਪਰ ਪਿਕਚਰ ਲਾਈਕ ਸ਼ੇਪ ਦੇ ਉੱਪਰ, ਉਹ ਸਲਿਪ ਹੋ ਜਾਂਦੇ ਨੇ, ਹੇਠਾਂ ਚਲੇ ਜਾਂਦੇ ਨੇ, ਫਿਰ ਉਹ ਦੇ ਕੈਨਾਟ ਕਲਾਈਮ ਬੈਕ, ਉਹ ਵਾਪਸ ਨਹੀਂ ਆ ਸਕਦੇ ਬਾਹਰ, ਐਂਡ ਗੈਟਸ ਟ੍ਰੈਪ, ਤੇ ਉਹਦੇ ਜਾਲ 'ਚ ਫਸ ਜਾਂਦੇ ਨੇ। ਇਟ ਗੈਟਸ ਡਾਈਜੈਸਟਿਡ ਬਾਈ ਡਾਈਜੈਸਟਿਵ ਯੂਜ਼ਸ ਪ੍ਰੈਜ਼ੈਂਟ ਇਨ ਦ ਪਿਕਚਰ। ਪਿਕਚਰ ਪਲਾਂਟ ਦੇ ਵਿੱਚ ਜਿਹੜੀ ਪਿਕਚਰ ਬਾਡੀ ਬਣੀ ਹੁੰਦੀ ਹੈ ਜਿਹਦੇ 'ਚ ਇਨਸੈਕਟ ਚਲੇ ਜਾਂਦੇ, ਉਹਦੇ 'ਚ ਡਾਈਜੈਸਟਿਵ ਯੂਜ਼ਸ ਹੁੰਦੇ ਨੇ। ਉਹ ਕੀ ਕਰਦੇ ਨੇ, ਇਹਨਾਂ ਇਨਸੈਕਟਸ ਨੂੰ ਡਾਈਜੈਸਟ ਕਰ ਲੈਂਦੇ ਨੇ, ਜਿਹੜਾ ਪਲਾਂਟ ਦਾ ਫੂਡ ਬਣਦਾ ਹੈ। Such insects eating plants are called insectivorous plants। ਇਸ ਤਰ੍ਹਾਂ ਦੇ ਪਲਾਂਟਸ ਨੂੰ ਕੀ ਕਹਿੰਦੇ ਆ, insectivorous plants। ਫॉर एग्जांपल ਪਿਕਚਰ ਪਲਾਂਟ, ਇਹਦਾ ਨਾਂ ਹੀ ਪਿਕਚਰ ਪਲਾਂਟ ਬਣ ਗਿਆ। ਪੰਜਾਬੀ 'ਚ ਇਹਨੂੰ ਘੜਾ ਬੂਟੀ ਵੀ ਕਹਿੰਦੇ ਆ ਕਿਉਂਕਿ ਘੜੇ ਵਰਗੀ ਇਹਨਾਂ ਦੀ ਸ਼ਕਲ ਹੁੰਦੀ ਆ। ਇਸੇ ਤਰ੍ਹਾਂ ਨੈਕਸਟ ਹੈ ਸੈਪਰੋਫਿਟਿਕ ਪਲਾਂਟਸ। ਪਹਿਲਾਂ ਅਸੀਂ ਪੈਰਾਸਿਟਿਕ ਕੀਤੇ, ਫਿਰ ਅਸੀਂ ਇਨਸੈਕਟੀਵੋਰਸ ਕੀਤੇ, ਹੁਣ ਅਸੀਂ ਸੈਪਰੋਫਿਟਿਕ ਪਲਾਂਟਸ ਕਰਾਂਗੇ। These are the plants that feed on dead and decaying matter। ਇਹ ਉਹ ਪਲਾਂਟਸ ਨੇ ਬੱਚਿਓ ਜਿਹੜੇ ਕਿਹਦੇ ਤੇ ਫੀਡ ਕਰਦੇ ਆ, ਡੈਡ ਐਂਡ ਡਿਕੇਇੰਗ ਮੈਟਰ ਤੇ। ਡੈਡ ਐਨੀਮਲਸ ਹੋ ਗਏ ਜਾਂ ਡਿਕੇਇੰਗ ਮੀਨਸ ਸੜੇ ਗਲੇ ਹੋ ਗਏ, ਜਿਨ੍ਹਾਂ ਦਾ ਅਪਘਟਨ ਹੋਇਆ ਹੁੰਦਾ ਆ। ਦ ਫੂਡ ਗੈਟਸ ਡਾਈਜੈਸਟਿਡ ਆਊਟਸਾਈਡ ਦ ਸੈਲਸ ਔਰ ਈਵਨ ਆਊਟਸਾਈਡ ਦ ਬੋਡੀ ਆਫ ਦ ਆਰਗੇਨਿਜ਼ਮਸ। ਇਹ ਜਿਹੜਾ ਫੂਡ ਆ ਕਿੱਥੇ ਡਾਈਜੈਸਟ ਹੁੰਦਾ ਆ, ਸੈਲਸ ਦੀ ਆਊਟਸਾਈਡ, ਸੈੱਲਾਂ ਦੇ ਬਾਹਰ, ਜਾਂ ਈਵਨ ਆਰਗੇਨਿਜ਼ਮਸ ਦੀ ਬੋਡੀ ਦੇ ਬਾਹਰ ਹੀ ਡਾਈਜੈਸ਼ਨ ਹੋ ਜਾਂਦੀ ਹੈ ਇਹਨਾਂ ਦੀ। ਦ ਆਰਗੇਨਿਜ਼ਮ ਸਕਰੀਟ ਡਾਈਜੈਸਟਿਵ ਜੂਸਿਸ ਡਾਇਰੈਕਟਲੀ ਔਨ ਫੂਡ। ਇਹ ਆਰਗੇਨਿਜ਼ਮਸ ਕੀ ਕਰਦੇ ਆ, ਜਿਹਨੂੰ ਵੀ ਫੂਡ ਬਣਾਉਂਦੇ ਆ, ਜਿਹੜੇ ਵੀ ਡੈਡ ਆਰਗੇਨਿਜ਼ਮ ਨੂੰ ਜਾਂ ਡਿਕੇਇੰਗ ਮੈਟਰ ਨੂੰ, ਉਹਦੇ ਉੱਪਰ ਹੀ ਡਾਈਜੈਸਟਿਵ ਜੂਸ ਜਿਹੜੇ ਉਹਨਾਂ ਨੂੰ ਸੁੱਟ ਦਿੰਦੇ ਆ। These juices make the food soluble and organisms absorb it directly। ਇਹ ਜੂਸਸ ਕੀ ਕਰਦੇ ਨੇ, ਫੂਡ ਨੂੰ ਸੋਲੂਬਲ ਫਾਰਮ 'ਚ ਕਨਵਰਟ ਕਰਦੇ ਆ ਤੇ ਆਰਗੇਨਿਜ਼ਮ ਜਿਹੜਾ ਇਹਨੂੰ ਡਾਇਰੈਕਟਲੀ ਐਬਜ਼ੌਰਬ ਕਰ ਲੈਂਦਾ। ਫॉर एग्जांपल ਰਾਈਜ਼ੋਪਸ, ਈਸਟ, ਮਸ਼ਰੂਮਸ। ਮਸ਼ਰੂਮਸ ਜਿਹੜੀਆਂ ਨੇ ਉਹਨਾਂ ਦਾ ਦੂਸਰਾ ਨਾਮ ਹੈ ਬੋਟੈਨੀਕਲ ਅਗੈਰਿਕਸ। ਇਹ ਤਿੰਨ ਪਲਾਂਟਸ ਦੇ ਨਾਮ ਬੇਟਾ ਯਾਦ ਰੱਖਣੇ ਨੇ ਤੁਸੀਂ, ਰਾਈਜ਼ੋਪਸ, ਈਸਟ, mushrooms। This type of nutrition is called saprophytic nutrition। ਉਹ ਨਿਊਟ੍ਰੀਸ਼ਨ ਜਿਹਦੇ ਵਿੱਚ ਪਲਾਂਟਸ ਡੈਡ ਡਿਕੇਇੰਗ ਮੈਟਰ ਤੇ ਡਿਪੈਂਡੈਂਟ ਹੁੰਦੇ ਆ, ਔਰ ਡਾਈਜੈਸ਼ਨ ਜਿਹੜੀ ਆ ਜਾਂ ਤਾਂ ਆਊਟਸਾਈਡ ਦਾ ਸੈਲਸ ਹੁੰਦੀ ਆ ਜਾਂ ਆਊਟਸਾਈਡ ਦਾ ਬੋਡੀ ਆਫ ਦਾ ਆਰਗੇਨਿਜ਼ਮਸ ਹੁੰਦੀ ਆ, ਉਸ ਤਰ੍ਹਾਂ ਦੇ ਨਿਊਟ੍ਰੀਸ਼ਨ ਨੂੰ ਕਹਿੰਦੇ ਆ ਸੈਪਰੋਫਿਟਿਕ ਨਿਊਟ੍ਰੀਸ਼ਨ। ਤਿੰਨ ਪਲਾਂਟਸ ਦੇ ਨਾਮ ਦੱਸੇ ਆ ਬੱਚਿਓ, ਯਾਦ ਰੱਖਿਓ, ਭੁੱਲਿਓ ਨਾ, ਰਾਈਜ਼ੋਪਸ, ਈਸਟ ਤੇ ਮਸ਼ਰੂਮ। ਅੱਗੇ ਸਾਡੇ ਕੋਲ ਹੈ ਬੇਟਾ ਨੈਕਸਟ ਟਾਈਪ ਦੇ ਪਲਾਂਟਸ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਸਿੰਬਿਓਟਿਕ ਪਲਾਂਟਸ। ਇਹਦੀ ਵੀ ਪਿਕਚਰ ਗਿਵਨ ਹੈ, ਤੁਸੀਂ ਦੇਖ ਸਕਦੇ ਹੋ। ਇਹਦੇ 'ਚ ਕੀ ਹੁੰਦਾ ਹੈ, ਟੂ ਡਿਫਰੈਂਟ ਕਾਈਂਡ ਆਫ ਆਰਗੇਨਿਜ਼ਮਸ ਲਿਵ ਟੂਗੇਦਰ ਐਂਡ ਸ਼ੇਅਰ ਸ਼ੈਲਟਰ ਐਂਡ ਨਿਊਟ੍ਰੀਸ਼ਨ। ਇਹਦੇ ਵਿੱਚ ਦੋ ਆਰਗੇਨਿਜ਼ਮਸ ਹੁੰਦੇ ਆ, ਦੋਨੇ ਇੱਕ ਦੂਸਰੇ ਤੋਂ ਕੀ ਲੈਂਦੇ ਆ, ਸ਼ੇਅਰ ਕਰਦੇ ਨੇ। ਇੱਕ ਸ਼ੈਲਟਰ ਦਿੰਦਾ ਹੈ, ਦੂਸਰਾ ਨਿਊਟ੍ਰੀਸ਼ਨ, ਮਤਲਬ ਇੱਕ ਖਾਣਾ ਦਿੰਦਾ ਹੈ ਦੂਸਰੇ ਨੂੰ ਔਰ ਦੂਸਰਾ ਬਦਲੇ ਵਿੱਚ ਉਹਨੂੰ ਰਹਿਣ ਦੀ ਜਗ੍ਹਾ ਦਿੰਦਾ ਹੈ। ਮੀਨਸ ਦੇਅਰ ਇਜ਼ ਸ਼ੇਅਰਿੰਗ ਆਫ ਸ਼ੈਲਟਰ ਐਂਡ ਨਿਊਟ੍ਰੀਸ਼ਨ।
ਰਹਿਣ ਦੀ ਜਗ੍ਹਾ ਤੇ ਪੋਸ਼ਣ। ਇਸ ਤਰ੍ਹਾਂ ਦੇ ਨਿਊਟ੍ਰੀਸ਼ਨ ਨੂੰ ਕੀ ਕਹਿੰਦੇ ਆ? ਦਿਸ ਇਜ਼ ਕਾਲਡ ਸਿੰਬਿਓਟਿਕ ਰਿਲੇਸ਼ਨਸ਼ਿਪ। ਇਨ ਦਿਸ both the organisms are benefited from each other। ਇਹ ਤਰ੍ਹਾਂ ਦੇ ਰਿਲੇਸ਼ਨ ਦੇ ਵਿੱਚ ਕਿਸੇ ਵੀ ਦੋਨਾਂ ਚੋਂ ਬੂਟੇ ਨੂੰ ਨੁਕਸਾਨ ਨਹੀਂ ਹੁੰਦਾ, ਇੱਕ ਆਰਗੇਨਿਜ਼ਮ ਦੂਸਰੇ ਦਾ ਬੈਨੀਫਿਟ ਕਰਦਾ ਹੈ। ਫॉर एग्जाम्पल certain fungi live in the roots of trees। ਕੁਝ ਫੰਜਾਈ ਇਸ ਤਰ੍ਹਾਂ ਦੀ ਹੁੰਦੀ ਆ ਜਿਹੜੀ ਦੂਸਰੇ ਪਲਾਂਟਸ ਦੀਆਂ ਰੂਟਸ 'ਚ ਰਹਿੰਦੀ ਆ। ਦੇ ਰਿਸੀਵ ਸ਼ੈਲਟਰ ਐਂਡ ਨਿਊਟ੍ਰੀਸ਼ਨ। ਉਹਨਾਂ ਨੂੰ ਜਗ੍ਹਾ ਮਿਲ ਜਾਂਦੀ ਆ ਉਹ ਪਲਾਂਟ ਦੇ ਹੇਠਾਂ ਰਹਿਣ ਦੀ, ਸ਼ੈਲਟਰ ਮਿਲ ਜਾਂਦੀ ਆ, ਐਂਡ ਨਿਊਟ੍ਰੀਸ਼ਨ from the tree, and in return they help the tree to absorb water and nutrients from the soil। ਕੀ ਮਿਲਦਾ? ਸ਼ੈਲਟਰ ਐਂਡ ਨਿਊਟ੍ਰੀਸ਼ਨ। ਫੰਜਾਈ ਜਿਹੜੀ ਆ ਰਿਸੀਵ ਕਰਦੀ ਆ ਪਲਾਂਟ ਤੋਂ, ਬਦਲੇ ਵਿੱਚ ਪਲਾਂਟ ਨੂੰ ਕੀ ਦਿੰਦੀ ਆ? ਟੂ ਹੈਲਪ ਇਨ ਦ ਐਬਜ਼ੌਰਪਸ਼ਨ ਆਫ ਵਾਟਰ ਐਂਡ ਮਿਨਰਲਸ ਫਰੋਮ ਦ ਸੋਇਲ। ਮਤਲਬ ਦੋਨੋਂ ਹੀ ਪਲਾਂਟਸ ਦਾ ਇਹਦੇ ਵਿੱਚ ਫਾਇਦਾ ਹੁੰਦਾ ਹੈ। ਇਹਦੀ ਐਗਜ਼ਾਮਪਲ ਹੈ ਬੱਚਿਓ ਲਾਈਕਨ। ਲਾਈਕਨ is a living example of mutual partnership between algae and fungi। पिक्चर तुसी देख ही ਲਈ ऊपर, ये एक पार्टनरशिप है दो ऑर्गेनिजम्स की, एक एल्गी ते दूसरी फंजाई। The fungi absorbs water and provides shelter, and in turn algae provide food। ਜਿਹੜੀ ਲਾਈਕਨ ਦੀ ਐਗਜ਼ਾਮਪਲ ਆ ਇਹਦੇ ਵਿੱਚ ਮਿਊਚੁਅਲ ਪਾਰਟਨਰਸ਼ਿਪ ਆ ਦੋ ਆਰਗੇਨਿਜ਼ਮਸ ਦੀ, ਇੱਕ ਹੈ ਐਲਗੀ ਦੂਸਰਾ ਹੈ ਫੰਜਾਈ। ਜਿਹੜੀ ਫੰਜਾਈ ਹੈ ਉਹ ਵਾਟਰ ਐਬਜ਼ੌਰਬ ਕਰਦੀ ਆ ਤੇ ਸ਼ੈਲਟਰ ਪ੍ਰੋਵਾਈਡ ਕਰਦੀ ਆ, ਔਰ ਬਦਲੇ ਵਿੱਚ ਜਿਹੜੀ ਐਲਗੀ ਆ ਉਹ ਫੂਡ ਪ੍ਰੋਵਾਈਡ ਕਰਦੀ ਆ। ਹੁਣ ਐਕਟੀਵਿਟੀ ਨੰਬਰ 1 ਹੈ ਬੱਚਿਓ, ਇਹਦੇ ਵਿੱਚ ਅਸੀਂ ਸੈਪਰੋਫਿਟਿਕ ਨਿਊਟ੍ਰੀਸ਼ਨ ਦੇ ਬਾਰੇ ਪੜ੍ਹਨਾ ਹੈ। ਸੈਪਰੋਫਿਟਿਕ ਨਿਊਟ੍ਰੀਸ਼ਨ ਤੁਹਾਨੂੰ ਮੈਂ ਦੱਸ ਕੇ ਹੀ ਹਟੀ ਹਾਂ, ਉਹ ਨਿਊਟ੍ਰੀਸ਼ਨ ਹੁੰਦਾ ਆ ਜਿਹਦੇ ਵਿੱਚ ਜਿਹੜਾ ਆਰਗੇਨਿਜ਼ਮ ਆ ਉਹ ਡੈਡ ਐਂਡ ਡਿਕੇਇੰਗ ਮੈਟਰ ਤੇ ਡਿਪੈਂਡੈਂਟ ਹੁੰਦਾ ਹੈ। ਹੁਣ ਇਹਦੇ 'ਚ ਕਿਹੜੇ ਕਿਹੜੇ ਮਟੀਰੀਅਲਸ ਦੀ ਲੋੜ ਆ ਸਾਨੂੰ? ਬ੍ਰੈਡ ਸਲਾਈਸ, ਮੈਗਨੀਫਾਈਂਗ ਗਲਾਸ, ਜੇ ਮੈਗਨੀਫਾਈਂਗ ਗਲਾਸ ਨਹੀਂ ਹੈਗਾ ਡਾਇਸੈਕਟਿੰਗ ਮਾਈਕਰੋਸਕੋਪ ਵੀ ਤੁਸੀਂ ਯੂਜ਼ ਕਰ ਸਕਦੇ ਹੋ। ਕੀ ਕਰਨਾ ਐਕਟੀਵਿਟੀ ਨੂੰ ਕਿਵੇਂ ਕਰਨਾ? ਤੁਸੀਂ ਡਿਪ ਅ ਸਲਾਈਸ ਬ੍ਰੈਡ ਇਨ ਵਾਟਰ, ਪਾਣੀ ਦੇ ਵਿੱਚ ਡਿਪ ਕਰਨਾ ਤੁਸੀਂ ਬ੍ਰੈਡ ਦੀ ਸਲਾਈਸ ਨੂੰ। ਕੀਪ ਇਟ ਇਨ ਵਾਰਮ ਐਂਡ ਮੋਇਸਟ ਪਲੇਸ ਫॉर 2 to 3 days। 2-3 ਦਿਨਾਂ ਵਾਸਤੇ ਉਹ ਜਿਹੜੀ ਬ੍ਰੈਡ ਸਲਾਈਸ ਆ ਉਹਨੂੰ ਤੁਸੀਂ ਵਾਰਮ ਮਤਲਬ ਗਰਮ ਤੇ ਸਿੱਲੀ ਜਗ੍ਹਾ 'ਚ ਰੱਖ ਦੇਣਾ ਹੈ। until it starts decomposing, ਜਦ ਤੱਕ ਕਿ ਡੀਕੰਪੋਜ਼ ਨਹੀਂ ਹੋਣਾ ਸ਼ੁਰੂ ਹੋ ਜਾਂਦੀ ਹੈ, ਘਟਣ ਨਹੀਂ ਹੋਣਾ ਸ਼ੁਰੂ ਹੋ ਜਾਂਦਾ ਇਹਦਾ। ਐਂਡ ਯੂ ਸੀ ਕਾਟਨ ਲਾਈਕ ਸਟਰਕਚਰਸ, ਔਰ ਕਾਟਨ ਲਾਈਕ ਸਟਰਕਚਰਸ ਨੂੰ ਅਸੀਂ ਕੀ ਕਹਿ ਸਕਦੇ ਹਾਂ? ਸਪੌਟਸ ਔਨ ਇਟ। ਜਦ ਤੱਕ ਤੁਸੀਂ ਕਾਟਨ ਲਾਈਕ ਸਟਰਕਚਰਸ ਇਹਨਾਂ ਤੇ ਦੇਖਦੇ ਨਹੀਂ। ਦੀ ਸਟਰਕਚਰਸ ਮਤਲਬ 2-3 ਦਿਨਾਂ ਬਾਅਦ ਜਿਹੜੀਆਂ ਸਟਰਕਚਰਸ ਇਹਦੇ ਤੇ ਆ ਜਾਣਗੀਆਂ ਧਾਗੇ ਵਰਗੀਆਂ। These structures may be of white, green, brown or any other colors। ਇਹ ਜਿਹੜੀਆਂ ਬੱਚਿਓ ਥ੍ਰੈਡ ਲਾਈਕ ਸਟਰਕਚਰਸ ਆ, ਵਾਈਟ ਕਲਰ ਦੀਆਂ ਵੀ ਹੋ ਸਕਦੀਆਂ, ਗ੍ਰੀਨ ਦੀਆਂ ਵੀ, ਬਰਾਊਨ ਦੀਆਂ ਵੀ, ਹੋਰ ਕਿਸੇ ਕਲਰ ਦੀਆਂ ਵੀ। ਤੁਸੀਂ ਹੁਣ ਇੱਥੋਂ ਕੀ ਅਬਜ਼ਰਵ ਕੀਤਾ? ਯੂ ਵਿਲ ਅਬਜ਼ਰਵ ਕਾਟਨ ਲਾਈਕ ਸਟਰਕਚਰਸ ਆਫ ਮੈਨੀ ਕਲਰਸ, ਵਾਈਟ, ਗ੍ਰੀਨ, ਬਰਾਊਨ, ਕਿਸੇ ਵੀ ਕਲਰ ਦੀਆਂ ਇਹਨਾਂ 'ਚੋਂ ਤੁਸੀਂ ਜਿਹੜੀਆਂ ਨੇ ਕਾਟਨ ਲਾਈਕ ਸਟਰਕਚਰਸ ਉਹ ਅਬਜ਼ਰਵ ਕੀਤੀਆਂ। ਉਹ ਨਵੀਂ ਚੀਜ਼ ਬਣੀ ਨਾ ਜਦੋਂ ਤੁਸੀਂ ਬ੍ਰੈਡ ਨੂੰ 2-3 ਦਿਨ ਵਾਸਤੇ ਵਾਰਮ ਤੇ ਮੋਇਸਟ ਪਲੇਸ ਤੇ ਰੱਖਿਆ। ਨਾਓ ਵਟ ਇਜ਼ ਦ ਕਨਕਲੂਜ਼ਨ? ਥੀਸ ਕਾਟਨ ਲਾਈਕ ਸਟਰਕਚਰਸ ਆਰ ਸੈਪਰੋਫਿਟਿਕ ਪਲਾਂਟਸ। ਇਹ ਜਿਹੜੀਆਂ ਕਾਟਨ ਲਾਈਕ ਯੈਲੋ ਵਾਈਟ ਕਲਰ ਦੇ ਥ੍ਰੈਡਸ ਨਜ਼ਰ ਆਏ ਤੁਹਾਨੂੰ, ਅਸਲ ਦੇ ਵਿੱਚ ਇਹ ਸੈਪਰੋਫਿਟਿਕ ਪਲਾਂਟਸ ਨੇ ਜਿਨ੍ਹਾਂ ਨੇ ਆਪਣਾ ਬ੍ਰੈਡ ਤੋਂ ਫੂਡ ਲਿਆ। ਬ੍ਰੈਡ ਕੀ ਇੱਕ ਤਰ੍ਹਾਂ ਦਾ ਡੀਕੰਪੋਜ਼ਡ ਮੈਟਰ ਸੀਗਾ, ਡਿਕੇਇੰਗ ਮੈਟਰ। ਦੇ ਟੇਕ देयर न्यूट्रिशन फ्रॉम डिकेइंग ब्रेड।
ਉਹ ਜਿਹੜਾ ਬ੍ਰੈਡ ਸੜ ਗਲ ਗਿਆ 2-3 ਦਿਨ ਤੁਸੀਂ ਰੱਖਿਆ ਸੀਗਾ ਉਹਦੇ ਤੋਂ ਇਹਨੇ ਆਪਣਾ ਫੂਡ ਲਿਆ। ਹਾਊ ਨਿਊਟ੍ਰੀਐਂਟਸ ਆਰ ਰਿਪਲੈਨਿਸ਼ਡ ਇਨ ਦ ਸੋਇਲ। ਹੁਣ ਮਿੱਟੀ ਦੇ ਵਿੱਚ ਰਿਪਲੈਨਿਸ਼ ਕਿਵੇਂ ਹੁੰਦੇ ਨਿਊਟ੍ਰੀਐਂਟਸ ਅਸੀਂ ਦੇਖਦੇ ਹਾਂ। ਬੱਚਿਓ ਤੁਹਾਨੂੰ ਪਤਾ ਹੀ ਆ ਜਦੋਂ ਅਸੀਂ ਮਿੱਟੀ ਦੇ ਵਿੱਚ ਬਾਰ-ਬਾਰ ਪਲਾਂਟਸ ਉਗਾਉਂਦੇ ਆ ਜਿਹੜੀ ਮਿੱਟੀ ਆ ਸੋਇਲ ਆ ਉਹਦੀ ਨਿਊਟ੍ਰੀਸ਼ਨਲ ਵੈਲਿਊ 'ਤੇ ਬਹੁਤ ਇਫੈਕਟ ਪੈਂਦਾ ਹੈ। ਜੇ ਅਸੀਂ ਕਣਕ ਬੀਜਦੇ ਕਣਕ ਤੋਂ ਬਾਅਦ ਥੋੜ੍ਹੇ ਦਿਨ ਵੀ ਫੀਲਡਸ ਨੂੰ ਓਪਨ ਨਾ ਰੱਖੀਏ ਜਾਂ ਖਾਦ ਵਗੈਰਾ ਨਾ ਪਾਈਏ ਤੇ ਉਹ ਜਿਹੜੀ ਮਿੱਟੀ ਆ ਉਹਦੀ ਜਿਹੜੀ ਫਰਟੀਲਿਟੀ ਆ ਉਹ ਘੱਟ ਹੋ ਜਾਂਦੀ ਹੈ, ਉਹਦੇ 'ਚ ਨਿਊਟ੍ਰੀਸ਼ਨ ਦੀ ਕਮੀ ਆ ਜਾਂਦੀ ਹੈ। ਪਲਾਂਟਸ ਐਬਜ਼ੌਰਬ ਵਾਟਰ ਮਿਨਰਲਸ ਐਂਡ ਨਿਊਟ੍ਰੀਐਂਟਸ ਫਰਮ ਦ ਸੋਇਲ। ਜਿਹੜੇ ਪਲਾਂਟਸ ਆ ਉਹ ਸੋਇਲ ਤੋਂ ਕੀ ਐਬਜ਼ੌਰਬ ਕਰਦੇ ਆ, ਮਿੱਟੀ ਤੋਂ ਕੀ ਲੈਂਦੇ ਆ, ਵਾਟਰ ਮਿਨਰਲਸ ਐਂਡ ਨਿਊਟ੍ਰੀਐਂਟਸ। These nutrients need to be replenished into the soil so that soil remains fertile. ਇਹ ਜਿਹੜੇ ਨਿਊਟ੍ਰੀਐਂਟ ਸੋਇਲ ਤੋਂ ਪਲਾਂਟਸ ਲੈਂਦੇ ਆ ਉਹਨਾਂ ਨੂੰ ਸੋਇਲ ਦੇ ਵਿੱਚ ਰਿਪਲੈਨਿਸ਼ ਹੋਣ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਜੇ ਸੋਇਲ ਦੇ ਵਿੱਚ ਘਟ ਗਏ ਨਿਊਟ੍ਰੀਐਂਟਸ ਤੇ ਉਹਦੀ ਫਰਟੀਲਿਟੀ ਘਟ ਜਾਏਗੀ। Farmers usually enrich the soil by adding manures and fertilizers, materials that contain one or more nutrients. What are fertilizers? These are the substances that contain one or more types of nutrients. Manure, fertilizers ਇਹਨਾਂ ਨੂੰ ਐਡ ਕਰਦੇ ਨੇ ਫਾਰਮਰਸ। ਕਿਉਂ ਐਡ ਕਰਦੇ ਨੇ ਸੋਇਲ ਦੇ ਵਿੱਚ? To increase the fertility of the soil or to replenish the nutrients in soil. But in forest, no one goes to add fertilizers. ਪਰ ਜੰਗਲਾਂ 'ਚ ਤੇ ਇਦਾਂ ਨਹੀਂ ਹੁੰਦਾ, ਉੱਥੇ ਤੇ ਕੋਈ ਖਾਦ ਨਹੀਂ ਐਡ ਕਰਨ ਜਾਂਦਾ। The decomposers decompose dead leaves and animal matter which in turn enrich the soil. ਜੰਗਲਾਂ ਦੇ ਵਿੱਚ ਕੀ ਹੁੰਦਾ ਬੱਚਿਓ, ਜਿਵੇਂ ਮੈਂ ਤੁਹਾਨੂੰ ਸੈਪਰੋਫਿਟਿਕ ਨਿਊਟ੍ਰੀਸ਼ਨ ਦੱਸਿਆ ਕਿ ਉਹਦੇ ਵਿੱਚ ਜਿਹੜੇ ਪਲਾਂਟਸ ਆ ਡੈਡ ਡਿਕੇਇੰਗ ਮੈਟਰ ਤੋਂ ਆਪਣਾ ਮਤਲਬ ਲੈਂਦੇ ਆ, ਉਸੇ ਤਰ੍ਹਾਂ ਜੰਗਲਾਂ ਦੇ ਵਿੱਚ ਜਿਹੜੇ ਡੀਕੰਪੋਜ਼ਰਸ ਹੁੰਦੇ ਆ ਉਹ ਕੀ ਕਰਦੇ ਆ, ਡੀਕੰਪੋਜ਼ ਕਰ ਦਿੰਦੇ ਆ ਲੀਵਸ ਨੂੰ ਤੇ ਐਨੀਮਲ ਦਾ ਵੇਸਟ ਉਹਨਾਂ ਦੀਆਂ ਫੇਸਿਸ ਵਗੈਰਾ ਉਹੀ ਮੈਨਿਓਰ ਦੇ ਵਿੱਚ ਕਨਵਰਟ ਹੋ ਜਾਂਦੇ ਆ ਤੇ ਇਹਦੇ ਨਾਲ ਜਿਹੜੀ ਸੋਇਲ ਆ ਉਹਦੀ ਜਿਹੜੀ ਫਰਟੀਲਿਟੀ ਆ ਉਹ ਜਿਹੜੀ ਆ ਘੱਟ ਨਹੀਂ ਹੁੰਦੀ, ਇਨਕਰੀਜ਼ ਹੁੰਦੀ ਆ। ਇਸ ਪਿਕਚਰ ਨੂੰ ਧਿਆਨ ਨਾਲ ਦੇਖੋ, ਵਿਦਿਨ ਦਾ ਬਾਕਸ ਦਿੱਤੀ ਹੋਈ ਆ। ਇਹ ਅਸਲ ਦੇ ਵਿੱਚ ਬੱਚੋ ਇੱਕ ਪਲਾਂਟ ਦੀਆਂ ਜੜ੍ਹਾਂ ਦਿਖਾਈਆਂ ਹੋਈਆਂ, ਰੂਟਸ। ਔਰ ਇੱਥੇ ਕੀ ਆ, ਇਹਨਾਂ ਦੇ ਇਹ ਜਿਹੜੀਆਂ ਜੜ੍ਹਾਂ ਦੇਖੋ ਇਹਦੇ ਵਿੱਚ ਰਾਊਂਡ ਸ਼ੇਪ ਬਾਲਸ ਜੀਆਂ ਬਣੀਆਂ ਹੋਈਆਂ, ਗੱਠਾਂ ਜੀਆਂ। ਅਸਲ ਦੇ ਵਿੱਚ ਇਹ ਜਿਹੜੀ ਸਟਰਕਚਰ ਆ ਇਹ ਇੱਕ ਲੈਗੂਮਿਨਸ ਪਲਾਂਟਸ ਦੀ ਰੂਟਸ ਦੀ ਆ। ਲੈਗੂਮਿਨਸ ਪਲਾਂਟਸ ਕਿਹੜੇ ਹੁੰਦੇ ਆ, ਜਿਵੇਂ ਪੀਨਟਸ ਹੋ ਗਏ, ਦਾਲਾਂ ਹੋ ਗਈਆਂ, ਚਣੇ ਹੋ ਗਏ, ਇਹ ਲੈਗੂਮਿਨਸ ਪਲਾਂਟਸ ਹੁੰਦੇ ਆ। ਔਰ ਇਹਨਾਂ ਦੀਆਂ ਰੂਟਸ ਦੇ ਵਿੱਚ ਇੱਕ ਬੈਕਟੀਰੀਆ ਪਾਇਆ ਜਾਂਦਾ ਜਿਹਨੂੰ ਕਹਿੰਦੇ ਰਾਈਜੋਬੀਅਮ। ਰਾਈਜੋਬੀਅਮ ਇਜ਼ ਅ ਬੈਕਟੀਰੀਆ that lives in the roots of leguminous plants. ਇਹਦਾ ਕੰਮ ਕੀ ਆ, it converts atmospheric nitrogen into usable form which is utilized by plants and in return plants provide shelter to this bacterium. ਫਿਰ ਇਹਦੇ ਵਿੱਚ ਉਹੀ ਹੋ ਗਿਆ ਨਾ, ਬੈਕਟੀਰੀਆ ਪਲਾਂਟ ਦਾ ਫਾਇਦਾ ਕਰ ਰਿਹਾ ਔਰ ਪਲਾਂਟ ਬਦਲੇ ਦੇ ਵਿੱਚ ਬੈਕਟੀਰੀਆ ਨੂੰ ਸ਼ੈਲਟਰ ਦੇ ਰਿਹਾ। ਇਹ ਬੈਕਟੀਰੀਆ ਦਾ ਨਾਂ ਨਹੀਂ ਤੁਸੀਂ ਭੁੱਲਣਾ, ਕੀ ਨਾਂ ਹੈ ਇਹਦਾ? ਇੱਕ 1 ਮਾਰਕ ਦਾ ਕੁਐਸਚਨ ਆ ਸਕਦਾ। ਨੇਮ ਦ ਬੈਕਟੀਰੀਆ ਫਾਊਂਡ ਇਨ ਦ ਰੂਟਸ ਆਫ ਲੈਗੂਮਿਨਸ ਪਲਾਂਟਸ। ਦ ਆਂਸਰ ਇਜ਼ ਰਾਈਜੋਬੀਅਮ। ਰਾਈਜੋਬੀਅਮ ਇਜ਼ ਦ ਬੈਕਟੀਰੀਆ ਦੈਟ ਲਿਵਸ ਇਨ ਦ ਰੂਟਸ ਆਫ ਲੈਗੂਮਿਨਸ ਪਲਾਂਟਸ। ਔਰ ਇਹ ਬੈਕਟੀਰੀਆ ਦਾ ਕੰਮ ਕੀ ਆ, ਇਹ ਐਟਮੋਸਫੇਰਿਕ ਨਾਈਟ੍ਰੋਜਨ, ਏਅਰ ਦੇ ਵਿੱਚ ਨਾਈਟ੍ਰੋਜਨ ਦੀ ਅਮਾਊਂਟ ਬਹੁਤ ਜ਼ਿਆਦਾ ਆ, ਉਹਨੂੰ ਇਹ ਯੂਜ਼ੇਬਲ ਫਾਰਮ ਦੇ ਵਿੱਚ ਕਨਵਰਟ ਕਰ ਦਿੰਦਾ ਹੈ ਤਾਂ ਕਿ ਉਹਨੂੰ ਪਲਾਂਟਸ ਯੂਜ਼ ਕਰ ਸਕਣ। ਪਲਾਂਟਸ ਨੂੰ ਬੱਚਿਓ ਨਾਈਟ੍ਰੋਜਨ ਦੀ ਬਹੁਤ ਲੋੜ ਹੁੰਦੀ ਹੈ
ਤੁਹਾਨੂੰ ਪਤਾ ਇਹ ਵੀ ਇੱਕ ਇੰਪੋਰਟੈਂਟ ਨਿਊਟ੍ਰੀਐਂਟ ਹੈ ਪਲਾਂਟਸ ਦਾ, ਨਾਈਟ੍ਰੋਜਨ। ਔਰ ਜਿਹੜੇ ਲੈਗਿਮਨਸ ਪਲਾਂਟਸ ਆ ਉਹ ਨਾਈਟ੍ਰੋਜਨ ਇਹ ਬੈਕਟੀਰੀਆ ਦੀ ਹੈਲਪ ਨਾਲ ਲੈਂਦੇ। ਵਿਦ ਦਿਸ ਯਰ ਚੈਪਟਰ ਇਜ਼ ਓਵਰ। ਹੁਣ ਤੁਸੀਂ ਇਹ ਚੈਪਟਰ ਨੂੰ ਬੱਚਿਓ ਧਿਆਨ ਨਾਲ ਪੜ੍ਹ ਲੈਣਾ ਹੈ। ਜੇ ਤੁਹਾਨੂੰ ਨਹੀਂ ਸਮਝ ਆਉਂਦੀ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ। ਇਸ ਤੋਂ ਬਾਅਦ ਮੈਂ ਤੁਹਾਨੂੰ ਇਸ ਚੈਪਟਰ ਦੇ ਕੁਐਸਚਨ ਆਨਸਰ ਜਿਹੜੇ ਆ ਉਹ ਰਿਵਾਈਜ਼ ਕਰਾਉਂਗੀ।